ਸਤਨਾਮ ਵਾਹਿਗੁਰੂ ਸਾਹਿਬ ਜੀ। ਦੀਨ ਦਰਦ ਦੁਖ ਭੰਜਨਾ ਕਟ ਕਟ ਨਾਥ ਅਨਾਥ। शरण तुम्हारी आयो नानक के प्रभ साथ। दीन बिसार्यो रे दीवाने दीन बिसार्यो रे पेट भरियो पशु आज्यो सोयो मनुख जन्म है हारियो। साध संगत कबहू नहीं कीनी रचियो तंदै झूठ। सुआन शुकर बाइस जिवै पटकत चाल्यो ऊठ। आपस को दीर्घ कर जानै औरन को लग मात। मनसा बाचा कर्मना मैं देखे दोजक जात। कामी क्रोधी चातुरी बाजे गर्भे काम। निंदा करते जन्म सिरानो कबू न सिमर्यो राम। कहो कबीर चेतै नहीं। मूर्ख मुग्ध गवार राम नाम जान्यो नहीं। कैसे उतरस पार बेसुमार अथाह अगनत अतुलै। जो बुलावो त्यो नानक दास बोलै। सतनाम वाहिगुरु साहिब जी। महला पंजवा। फरीदा दिल रता इस दुनी स्यों दुनी ना कितै कम। मिसल फकीरां गाखड़ी सो पाइयै पूर करम। पहले पहरै फुलड़ा फल भी पशारात। जो जागन लहन से साई कन्नो दात। दाती साहिब संधिया क्या चलै तिस नाल। एक जागन दे नाल हन एक ना सुत्या दे उठाल। टूटे दिए सुहाग को तौ तन काई कोर।
ਜਿਨ੍ਹਾਂ ਨਉ ਸੁਹਾਗਣੀ ਤਿਨਾ ਝਾਕ ਨਾ ਹੋਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਜ਼ਰ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਜੋ ਆਪਣੇ ਮਨੁੱਖਾ ਜੀਵਨ ਦੀ ਸਭ ਤੋਂ ਉੱਤਮ ਕਰਮਸ਼ੀਲਤਾ ਨੂੰ ਧਾਰਨ ਕਰਦਿਆਂ ਭਗਤੀ ਕਰਮ ਦੇ ਨਾਲ ਗੁਰੂ ਕੇ ਮੁਬਾਰਕ ਚਰਨਾਂ ਦੀ ਪ੍ਰੀਤ ਦੇ ਨਾਲ ਸ਼ਬਦ ਦੇ ਕੀਰਤਨ ਅਤੇ ਵਿਚਾਰ ਆਧਾਰ ਦੇ ਨਾਲ ਆਪਣੇ ਜੀਵਨ ਨੂੰ ਸਕਾਰਥ ਕਰਨ ਦਾ ਯਤਨ ਕਰ ਰਹੇ ਹੋ ਜੀ। ਗੁਰੂ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ, ਤਿਨਾਂ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਸ਼ਰਵਣ ਕਰਕੇ ਨਿਰੰਤਰ ਅਧਿਆਤਮਕ ਗਿਆਨਾਤਮਕ ਲਾਭ ਪ੍ਰਾਪਤ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪੰਜਵਾਂ। ਫਰੀਦਾ ਦਿਲ ਰਤਾ ਇਸ ਦੁਨੀ ਸਿਓ, ਦੁਨੀ ਨਾ ਕਿਤੈ ਕੰਮ। ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੇ ਲੜੀਵਾਰ ਅੰਤਰਗਤ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਪਾਵਨ ਸ਼ਲੋਕਾਂ ਦੀ ਬਖਸ਼ਿਸ਼ ਦੁਆਰਾ ਸ਼ਲੋਕਾਂ ਦੇ ਭਾਵ ਸਪਸ਼ਟ ਕਰਕੇ ਸਾਨੂੰ ਬਖਸ਼ਿਸ਼ ਕੀਤੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਫਰੀਦਾ ਦਿਲ ਰੱਤਾ ਇਸ ਦੁਨੀ ਸਿਓ, ਦੁਨੀ ਨਾ ਕਿਤੈ ਕੰਮ। ਜੀਵਨ ਦੇ ਵਿੱਚ ਦੋ ਤਰ੍ਹਾਂ ਦੇ ਇਨਸਾਨ ਦ੍ਰਿਸ਼ਟੀ ਗੋਚਰ ਹੁੰਦੇ ਨੇ। ਇੱਕ ਉਹ ਹਨ ਜਿਨ੍ਹਾਂ ਨੇ ਜੀਵਨ ਦੇ ਅਮੋਲਕ ਅਵਸਰ ਨੂੰ ਪ੍ਰਾਪਤ ਕਰ ਲਿਆ ਹੈ ਪਰਮੇਸ਼ਰ ਦੀ ਕਿਰਪਾ ਦੇ ਨਾਲ, ਪਰ ਅਚੇਤ ਨੇ। ਪਹਿਲੀ ਗੱਲ, ਸਾਰੇ ਹੀ ਅਚੇਤ ਹੁੰਦੇ ਨੇ ਜਦੋਂ ਮਨੁੱਖਾ ਜਨਮ ਦੀ ਦੁਰਲੱਭਤਾ ਦਾ ਅਵਸਰ ਮਿਲਦਾ ਹੈ, ਜਾਂ ਤਾਂ ਪਰਿਵਾਰਕ ਸੰਸਕਾਰ ਮਿਲਣ, ਕੁਝ ਬੰਦਗੀ ਦੇ ਨਾਲ ਗਿਆਨ ਦੇ ਨਾਲ ਜੁੜੇ ਹੋਏ, ਤਾਂ ਮਨੁੱਖ ਨੂੰ ਆਪਣੇ ਜੀਵਨ ਦੀ ਦੁਰਲੱਭਤਾ ਦਾ ਗਿਆਨ ਜਲਦੀ ਹੋ ਜਾਂਦਾ ਹੈ, ਪਰ ਐਸਾ ਬਹੁਤ ਘੱਟ ਸੰਭਵ ਹੁੰਦਾ ਹੈ। ਇਸ ਕਰਕੇ ਇੱਕ ਮਨੁੱਖ ਉਹ ਨੇ ਜਿਨ੍ਹਾਂ ਨੇ ਦੁਰਲੱਭਤਾ ਨੂੰ ਪ੍ਰਾਪਤ ਕੀਤਾ ਹੈ, ਅਮੋਲਕਤਾ ਨੂੰ ਪ੍ਰਾਪਤ ਕਰ ਲਿਆ ਹੈ, ਪਰ ਅਚੇਤ ਨੇ। ਸਿੱਧੇ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ, ਹੱਥ ਦੇ ਵਿੱਚ ਹੀਰੇ ਵਰਗਾ ਅਮੋਲਕ ਇੱਕ ਸਮਾਂ ਹੈ, ਇੱਕ ਅਵਸਰ ਹੈ, ਪਰ ਅਜੇ ਦ੍ਰਿਸ਼ਟੀ ਵਿੱਚ ਪਤਾ ਨਹੀਂ ਕਿ ਹੀਰਾ ਕਿੰਨਾ ਅਮੋਲਕ ਹੁੰਦਾ। ਇਸ ਕਰਕੇ ਹੱਥ ਵਿੱਚ ਹੋਣ ਕਰਕੇ ਵੀ ਕੋਈ ਬਹੁਤੀ ਕਦਰ ਨਹੀਂ। ਪਹਿਲੇ ਉਹ ਹਨ ਜਿਨ੍ਹਾਂ ਨੇ ਮਨੁੱਖਾ ਜੀਵਨ ਦੇ ਦੁਰਲੱਭ ਅਵਸਰ ਨੂੰ ਪ੍ਰਾਪਤ ਕਰ ਲਿਆ, ਅਤੇ ਉਹ ਜਿਹੜੇ ਹਨ ਬਿਲਕੁਲ ਅਚੇਤ ਹਨ, ਕੋਈ ਜੀਵਨ ਦਾ ਅਰਥ ਪਤਾ ਨਹੀਂ, ਪਸ਼ੂ ਦੇ ਤਲ 'ਤੇ ਰੁਕੇ ਹੋਏ ਹਨ। ਪਸ਼ੂ ਦੇ ਤਲ 'ਤੇ ਰੁਕੇ ਹੋਣ ਦਾ ਮਤਲਬ ਇਹ ਹੈ ਕਿ ਪਸ਼ੂ ਨੂੰ ਸਿਰਫ ਇੰਨਾ ਪਤਾ ਹੈ ਕਿ ਉਹਨੂੰ ਸਾਰਾ ਦਿਨ ਚਾਰਾ ਚਾਹੀਦਾ, ਅਤੇ ਜਦੋਂ ਕਦੇ ਵਕਾਰਾਂ ਦਾ ਸੁਭਾਅ ਪੈਦਾ ਹੋਵੇ ਅਤੇ ਵਕਾਰਾਂ ਦੀ ਪੂਰਤੀ ਕਰ ਲਈ ਥੋੜ੍ਹੀ ਬਹੁਤ, ਇਸ ਤੋਂ ਅੱਗੇ ਪਸ਼ੂ ਦੇ ਜੀਵਨ ਦਾ ਕੋਈ ਮੰਤਵ ਨਹੀਂ ਹੈ। ਬਹੁਤ ਮਨੁੱਖਤਾ ਪਸ਼ੂ ਤਲ 'ਤੇ ਰੁਕੀ ਹੋਈ ਹੈ। ਇਸ ਤੋਂ ਅੱਗੇ ਦੂਜੀ ਸ਼੍ਰੇਣੀ ਵਾਲੇ ਹਨ ਮਨੁੱਖ, ਜਿਨ੍ਹਾਂ ਨੇ ਮਨੁੱਖਾ ਜੀਵਨ ਦਾ ਦੁਰਲੱਭ ਅਵਸਰ ਪ੍ਰਾਪਤ ਕੀਤਾ ਹੈ। ਹੋ ਸਕਦਾ ਬਚਪਨ ਅਚੇਤਗੀ 'ਚ ਲੰਘ ਗਿਆ ਹੋਵੇ,
ਹੋ ਸਕਦਾ ਜੋਬਨ ਅਵਸਥਾ ਵੀ ਗਫਲਤ ਦੇ ਵਿੱਚ ਬਤੀਤ ਹੋ ਗਈ ਹੋਵੇ, ਪਰ ਉਹਨਾਂ ਨੇ ਜੀਵਨ ਦਾ ਬੜਾ ਸਮਾਂ ਰਹਿੰਦਿਆਂ ਹੀ ਆਪਣੇ ਜੀਵਨ ਮਨੋਰਥ ਦੀ ਪਹਿਚਾਣ ਕਰ ਲਈ। ਇਸ ਕਰਕੇ ਜਿਨ੍ਹਾਂ ਨੇ ਫਿਰ ਪਹਿਚਾਣ ਕਰ ਲਈ ਹੈ, ਫਿਰ ਉਸ ਜੀਵਨ ਮਨੋਰਥ ਦੀ ਪ੍ਰਾਪਤੀ ਲਈ ਪੂਰਨ ਯਤਨ ਵੀ ਕੀਤਾ ਹੈ। ਅਤੇ ਉਹ ਯਤਨ ਸੰਸਾਰਿਕ ਤਲ ਤੋਂ ਨਹੀਂ, ਉਹ ਅਧਿਆਤਮਿਕ ਤਲ ਤੋਂ ਸੰਭਵ ਹੁੰਦਾ ਹੈ। ਪਰਿਵਾਰ ਨੂੰ ਯਾਦ ਕਰਨਾ ਹੈ, ਕੋਈ ਬਹੁਤਾ ਜ਼ਿਆਦਾ ਉੱਦਮ ਨਹੀਂ ਕਰਨਾ ਪੈਂਦਾ। ਜਿੱਥੇ ਮਰਜ਼ੀ ਬੰਦਾ ਬੈਠਾ ਹੋਵੇ, ਦੁੱਖ ਵਿੱਚ ਸੁੱਖ ਵਿੱਚ, ਕੁਦਰਤੀ ਪਰਿਵਾਰ ਸਭ ਕੁਝ ਆਪਣੇ ਆਪ ਹੀ ਯਾਦ ਆਉਂਦਾ ਹੈ। ਪਰ ਜਿਸ ਨਿਰੰਕਾਰ ਨੇ ਸਾਡੀ ਘਾੜਤ ਸਾਜੀ ਹੈ, ਉਹਦੀ ਜੋਤ ਸਰੂਪ ਨੂੰ ਧਾਰਨ ਕਰਕੇ, ਉਹਦੀਆਂ ਸਾਰੀਆਂ ਦਾਤਾਂ ਨੂੰ ਮਾਣ ਕੇ ਵੀ ਬੰਦਾ ਅਚੇਤ ਰਹਿੰਦਾ ਹੈ। ਇਸ ਕਰਕੇ ਦੋ ਤਰ੍ਹਾਂ ਦੇ ਮਨੁੱਖ ਨੇ, ਜਿਹੜੇ ਇੱਕ ਤਾਂ ਬਿਲਕੁਲ ਸੁਚੇਤ ਨੇ, ਦੂਜੇ ਬਿਲਕੁਲ ਅਚੇਤ ਨੇ। ਹੁਣ ਅੱਗੇ ਇਹਨਾਂ ਮਨੁੱਖਾਂ ਕਰਕੇ ਇੱਕ ਸ਼੍ਰੇਣੀ ਬਣਦੀ ਹੈ। ਇੱਕ ਐਸੇ ਹਨ ਜਿਹੜੇ ਬਿਲਕੁਲ ਸੰਸਾਰੀ ਹਨ। ਸੰਸਾਰੀ ਦਾ ਭਾਵ ਗੁਰੂ ਘਰ ਵੀ ਬੈਠ ਗਏ ਤਾਂ ਆਪਣੇ ਨਿੱਜ ਦੀ ਚਿੰਤਾ ਹੈ, ਨਿੱਜ ਦਾ ਖਿਆਲ ਮਨ ਦੇ ਅੰਦਰ ਭਾਰੂ ਹੈ। ਬਿਲਕੁਲ ਸੰਸਾਰੀ ਬੰਦਾ ਕਿਤੇ ਵੀ ਬੈਠੇ, ਉਹਦੇ ਅੰਦਰ ਸੰਸਾਰ ਚੱਲੇਗਾ। ਅਤੇ ਸੰਸਾਰ ਦਾ ਮਤਲਬ ਹੈ ਪਰਿਵਾਰ, ਪਦਾਰਥ, ਵਿਕਾਰ, ਤਾਂ ਬਾਹਰ ਮੁਖਤਾ ਜਿੰਨੀ ਵੀ ਹੈ ਉਹੀ ਚੱਲੇਗੀ। ਜਿਹੜੇ ਕੁਝ ਸੰਸਾਰੀ ਤੋਂ ਅੱਗੇ ਚਲੇ ਜਾਂਦੇ ਨੇ, ਜਗਿਆਸੂ ਹੁੰਦੇ ਨੇ, ਉਹ ਕੁਝ ਬੁੱਝਣ ਦਾ ਯਤਨ ਕਰਦੇ ਨੇ। ਉਹਨਾਂ ਦੇ ਅੰਦਰ ਪ੍ਰਸ਼ਨ ਉੱਠਦਾ ਹੈ ਪਹਿਲੀ ਦਫਾ ਕਿ ਜੀਵਨ ਦਾ ਜਿਤਨਾ ਕੁਝ ਅਸੀਂ ਹੰਡਾਇਆ, ਇਹ ਸਾਰਾ ਸਮੇਂ 'ਤੇ ਖਤਮ ਹੋਈ ਜਾ ਰਿਹਾ ਹੈ। ਜਾਂ ਜਿਹੜਾ ਜੀਵਨ ਦਾ ਰਸ ਆਰੰਭ ਦੇ ਵਿੱਚ ਸੀ, ਉਹ ਅੱਜ ਜੀਵਨ ਦੇ ਅੱਧ ਮੱਧ ਦੇ ਵਿੱਚ ਆ ਕੇ ਜਾਂ ਅੰਤ 'ਤੇ ਆ ਕੇ ਜੀਵਨ ਦਾ ਰਸ ਬਿਲਕੁਲ ਖਤਮ ਹੈ। ਜਾਂ ਜੀਵਨ ਦਾ ਜਿੰਨਾ ਹੌਲਾ ਫੁੱਲ ਸਾਨੂੰ ਬਚਪਨ 'ਚ ਲੱਗਦਾ ਸੀ, ਅੱਜ ਜੀਵਨ ਦੀ ਸਾਰਾ ਦਿਨ ਬਤੀਤ ਹੋਣ ਤੋਂ ਬਾਅਦ ਜਦੋਂ ਜੀਵਨ ਦੀ ਸ਼ਾਮ ਹੋਈ ਹੈ, ਉਹ ਜੀਵਨ ਭਾਰਾ ਲੱਗ ਰਿਹਾ ਹੈ ਅਤੇ ਆਪਣੇ ਕੀਤੇ ਕਰਮਾਂ ਦੀ ਚਿੰਤਾ ਉਪਜ ਰਹੀ ਹੈ। ਜਿਨ੍ਹਾਂ ਦੇ ਅੰਦਰ ਇਹ ਖਿਆਲ ਆਉਂਦਾ, ਉਹ ਜਗਿਆਸੂ ਹੁੰਦੇ ਨੇ। ਅਤੇ ਸਤਸੰਗਤ ਦੇ ਵਿੱਚ ਅਸਲ ਜਿਹੜਾ ਸਤਸੰਗਤ ਹੈ, ਉਹ ਜਗਿਆਸੂਆਂ ਦਾ ਹੀ ਇਕੱਠ ਹੈ। ਇਹ ਲੋਕਾਚਾਰੀ ਵਾਲਿਆਂ ਦਾ ਇਕੱਠ ਨਹੀਂ ਕਿ ਮੈਂ 45 ਮਿੰਟ ਰੋਜ਼ ਜਾ ਕੇ ਬੈਠਦਾ ਉੱਥੇ। ਇਹ ਜਗਿਆਸੂਆਂ ਦਾ ਇਕੱਠ ਹੈ ਕਿ ਮੈਂ ਜੀਵਨ ਦਾ ਬੜਾ ਲੰਮਾ ਸਮਾਂ ਹੰਢਾ ਲਿਆ ਹੈ, ਜੀਵਨ ਨੂੰ ਬਹੁਤ ਨੇੜਿਓਂ ਵੀ ਦੇਖ ਲਿਆ ਹੈ, ਪਰ ਜੀਵਨ ਬਾਰੇ ਗਿਆਨ ਦੇ ਨੁਕਤੇ ਤੋਂ ਸਪਸ਼ਟ ਨਹੀਂ ਹੋ ਸਕਿਆ ਕਿ ਅਸਲ ਸਥਿਤੀ ਕੀ ਹੈ। ਅਤੇ ਗਿਆਨ ਦੀ ਰੌਸ਼ਨੀ ਲੈਣ ਦੇ ਲਈ ਕਿਸੇ ਗੁਰਦੁਆਰ 'ਤੇ ਗੁਰੂ ਮੁਰਸ਼ਦ ਦੇ ਚਰਨਾਂ 'ਚ ਜਾਣਾ। ਜਦੋਂ ਜਗਿਆਸਾ ਪ੍ਰਸ਼ਨ ਉਠਾਲਦੀ ਹੈ, ਅਤੇ ਜਦੋਂ ਕੋਈ ਪ੍ਰਸ਼ਨ ਦੇ ਉੱਤਰ ਮਿਲਦੇ ਨੇ, ਉਦੋਂ ਬੰਦੇ ਦੇ ਅੰਦਰ ਸਾਧਨਾ ਕਰਨ ਦਾ ਚਾਉ ਪੈਦਾ ਹੁੰਦਾ ਅਤੇ ਬੰਦਾ ਸਾਧੂ ਬਣਦਾ ਹੈ। ਅਤੇ ਸਾਧ ਜਦ ਆਪਣੀ ਬੰਦਗੀ, ਗਿਆਨ, ਸਭ ਤਰ੍ਹਾਂ ਦੇ ਸ਼ੁਭ ਅਮਲਾਂ ਦੇ ਨਾਲ ਆਪਣੇ ਮੂਲ ਸਰੂਪ ਨੂੰ ਪਛਾਣ ਕੇ ਉਸ ਵਿੱਚ ਅਭੇਦ ਹੋ ਜਾਂਦਾ ਹੈ, ਜਿਉਂਦਿਆਂ ਜੀ ਸਾਰੇ ਬੰਧਨ ਤੋੜ ਕੇ ਮੁਕਤ ਪੁਰਸ਼ ਬਣ ਜਾਂਦਾ, ਫਿਰ ਉਸ ਨੂੰ ਸੰਤ ਆਖਦੇ ਹਨ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਉਹਨਾਂ ਮਨੁੱਖਾਂ ਦੀ ਜਿਹੜੇ ਅਜੇ ਥੋੜ੍ਹੇ ਜਾਗੇ ਨੇ। ਜਗਿਆਸੂ ਤਲ ਦੀ ਗੱਲ ਹੋ ਰਹੀ ਹੈ ਸ਼ਲੋਕ ਦੇ ਵਿੱਚ। ਜ਼ਿਕਰ ਕਰਦੇ ਹਨ, ਫਰੀਦਾ ਦਿਲ ਰੱਤਾ ਇਸ ਦੁਨੀ ਸਿਉਂ, ਕਿ ਜੋ ਆ ਸਾਹਮਣੇ ਦੁਨੀਆ ਨਜ਼ਰ ਆ ਰਹੀ ਹੈ, ਜਿਹਦੇ ਵਿੱਚ ਪਰਿਵਾਰ ਹੈ, ਸੰਬੰਧੀ ਨੇ, ਆਪਣਾ ਸੰਚਿਤ ਕੀਤਾ ਪਦਾਰਥ ਹੈ, ਜੀਵਨ ਦੇ ਹੋਰ ਹਜ਼ਾਰਾਂ ਸਿਲਸਿਲੇ ਜਿਹੜੀ ਆਪਣੀ ਹਉਮੈ ਵਾਲੀ ਹਸਤੀ ਦੇ ਨਾਲ ਜੋੜੇ ਨੇ। ਬਾਬਾ ਫਰੀਦ ਸਾਹਿਬ ਜੀ ਦੇ ਸਨਮੁਖ ਉਚਾਰਨ ਕਰਦਿਆਂ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਦਿਲ ਰੱਤਾ ਇਸ ਦੁਨੀ ਸਿਉਂ। ਹੁਣ ਬਾਬਾ ਫਰੀਦ ਸਾਹਿਬ ਜੀ ਦੇ ਬਾਣੀ 'ਚ ਜ਼ਿਕਰ ਆਉਂਦਾ ਹੈ, ਦਿਲੋਂ ਹੋ ਮੁਹੱਬਤ ਜਿਨ ਸਈ ਸੱਚਿਆ। ਜੀਵਨ ਦੇ ਵਿੱਚ ਜਿਹਦੇ ਕੋਲੋਂ ਬੜਾ ਕੁਝ ਪ੍ਰਾਪਤ ਹੋ ਗਿਆ, ਮਾਤਾ ਪਿਤਾ ਕੋਲੋਂ ਜੀਵਨ ਦੀ ਪਰਵਰਿਸ਼ ਪ੍ਰਾਪਤ ਹੁੰਦੀ ਹੈ। ਸਿਆਣਾ ਬੰਦਾ ਸਾਰੀ ਜ਼ਿੰਦਗੀ ਮਾਤਾ ਪਿਤਾ ਦਾ ਰਿਣ ਉਤਾਰਨ ਦਾ ਇੱਕ ਯਤਨ ਕਰਦਾ ਰਹਿੰਦਾ ਹੈ, ਸਾਰੀ ਜ਼ਿੰਦਗੀ, ਕਿ ਮੇਰੀ ਪਰਵਰਿਸ਼ ਕੀਤੀ ਹੈ, ਪੜ੍ਹਾਇਆ ਹੈ, ਕਿਸੇ ਮੁਕਾਮ ਤੱਕ ਲੈ ਕੇ ਗਏ ਨੇ, ਸਾਰੀ ਜ਼ਿੰਦਗੀ ਰਿਣ ਉਤਾਰਦਾ ਹੈ। ਪਰ ਉਸ ਤੋਂ ਪਹਿਲਾਂ ਜਿੰਨੇ ਮੂਲ ਘਾੜਤ ਘੜੀ, ਉਸ ਰਿਣ ਦਾ ਕਦੇ ਖਿਆਲ ਨਹੀਂ। ਹੁਣ ਮਾਤਾ ਪਿਤਾ ਦਾ ਤਾਂ ਰਿਣ ਚੁਕਾ ਦੇਵੇਗਾ, ਉਹਨਾਂ ਦੀ ਜੀਵਨ ਪਰ ਬੜੀ ਚੰਗੀ ਸੰਭਾਲ ਕਰਕੇ ਹਰ ਵਕਤ ਉਹਨਾਂ ਦੇ ਅੰਗ ਸੰਗ ਰਹਿ ਕੇ ਰਿਣ ਨਿਭਾ ਦੇਵੇਗਾ ਉਹਦਾ ਬਹੁਤ ਹੱਦ ਤੱਕ। ਪਰ ਨਿਰੰਕਾਰ ਜਿਹਨੇ ਸਾਰਾ ਜੀਵਨ ਘੜਿਆ, ਉਹਦੇ ਪ੍ਰਤੀ ਬਿਲਕੁਲ ਅਚੇਤ ਰਹਿ ਸਕਦਾ। ਉਹਦਾ ਰਿਣ ਉਤਾਰਨ ਦਾ ਢੰਗ ਇਹਨੂੰ ਔਖਾ ਲੱਗਦਾ ਹੈ।
ਸੰਸਾਰਿਕ ਤੌਰ 'ਤੇ ਕਿਸੇ ਦਾ ਵੀ ਰਿਣ ਉਤਾਰਨਾ, ਅਹਿਸਾਨ ਉਤਾਰਨਾ ਹੈ ਅਤੇ ਬੜਾ ਯਤਨ ਕਰਨਾ ਵੀ ਇਹਦੇ ਲਈ ਸੌਖਾ ਹੈ, ਪਰ ਨਿਰੰਕਾਰ ਦਾ ਰਿਣ ਉਤਾਰਨਾ ਹੈ, ਇਹਦੇ ਲਈ ਪਹਿਲੀ ਗੱਲ ਤਾਂ ਉਹ ਮਹਿਸੂਸ ਹੀ ਨਹੀਂ ਹੁੰਦਾ। ਇਤਨੇ ਕੀਮਤੀ ਪ੍ਰਾਣ ਲੈ ਲਏ ਨੇ, ਆਪਣੇ ਜੀਵਨ ਦਾ ਇਤਨਾ ਸਮਾਂ ਰਿਜ਼ਕ ਦੇ ਆਸਰੇ ਜੀਵਨ ਚਲਾ ਲਿਆ ਹੈ, ਉਹ ਮਹਿਸੂਸ ਨਹੀਂ ਹੁੰਦਾ। ਇਸ ਕਰਕੇ ਬਾਬੂ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ, ਦਿਲ ਰੱਤਾ ਇਸ ਦੁਨੀ ਸਿਉਂ। ਹੁਣ ਦਿਲ ਰੱਤੇ ਦਾ ਭਾਵ ਸਰਲ ਜਿਹਾ ਕਹਿ ਦੇਵਾਂ, ਇਤਨਾ ਸਮਾਂ ਸਾਨੂੰ ਗੁਰਬਾਣੀ ਦੇ ਨਾਲ ਜੁੜਿਆ ਅਸੀਂ ਆ ਰਹੇ ਹਾਂ ਸਤ ਸੰਗਤ 'ਚ, ਦਿਲ ਰੱਤੇ ਵਾਲਿਆਂ ਦੀ ਹਾਲਤ ਕੀ ਹੈ ਇਹ ਅਰਜ਼ ਕਰਦੇ ਹਾਂ। ਸੰਸਾਰ ਵਿੱਚ ਜਿਉਂ ਤੋਂ ਬਚਪਨ ਤੱਕ ਚੱਲੇ ਹਾਂ ਹੁਣ ਤੱਕ, ਚਾਹੇ ਦੁੱਖ ਵਾਲੀਆਂ ਨੇ, ਚਾਹੇ ਸੁੱਖ ਵਾਲੀਆਂ ਨੇ, ਚਾਹੇ ਵਿਅਰਥ ਕਿਸਮ ਦੀਆਂ ਨੇ, ਚਾਹੇ ਕੁਝ ਮਾੜੀਆਂ ਮੋਟੀਆਂ ਸਿਆਣਪ ਵਾਲੀਆਂ ਨੇ, ਸਾਰੀ ਯਾਦਾਸ਼ਤ ਸਾਡੇ ਅੰਦਰ ਪਈ ਹੈ। ਕੋਈ ਆਪਣੇ ਦੁੱਖ ਦੀ ਗੱਲ ਕਰੇ, ਸਾਡੇ ਕੋਲੋਂ ਆਪਣੇ 5 ਦੁੱਖਾਂ ਦਾ ਜ਼ਿਕਰ ਹੈ। ਕੋਈ ਆਪਣੇ ਸੁੱਖ ਦੀ ਗੱਲ ਕਰੇ, ਸਾਡੇ ਕੋਲੋਂ ਆਪ ਸਾਡੀ ਜ਼ਿੰਦਗੀ ਦੇ 15-20 ਐਸੀਆਂ ਘਟਨਾਵਾਂ ਨੇ। ਕੋਈ ਆਪਣੀ ਤਰੱਕੀ ਦੀ ਗੱਲ ਕਰੇ, ਸਾਡੇ ਕੋਲੋਂ ਵੀ 10 ਹਵਾਲੇ ਨੇ। ਪਰ ਦੂਜੀ ਤਰਫ ਕਿਉਂਕਿ ਦਿਲ ਰੱਤਾ ਦਾ ਭਾਵ ਇਹ ਹੈ ਕਿ ਅਸੀਂ ਆਪਣਾ ਜਿਹੜਾ ਮੈਮਰੀ ਵਾਲਾ ਹਿੱਸਾ ਹੈ ਉਹ ਜਗਤ ਨੂੰ ਦਿੱਤਾ ਹੋਇਆ ਹੈ, ਅਤੇ ਉਂਝ ਸਾਡਾ ਕਰਮ ਅਧਿਆਤਮਿਕ ਹੈ। ਦੁਨੀਆ ਦੀ ਤਰਫ ਚੱਲਣਾ ਅਤੇ ਦੁਨੀਆ ਦੇ ਮਾਪਦੰਡ ਝੱਟ ਜਲਦ ਆ ਜਾਂਦੇ ਨੇ, ਪਰ ਦੁਨੀਆ ਵਿੱਚ ਚੱਲਦਿਆਂ ਹੋਇਆਂ ਗੁਰੂ ਸ਼ਬਦ ਦੀ ਰਹਿਨੁਮਾਈ ਨਾਲ ਕਿਵੇਂ ਚੱਲਣਾ ਹੈ, ਇਸ ਗੱਲ ਦੀ ਕਮਾਈ ਨਹੀਂ ਕੀਤੀ। ਜੀਵਨ ਦਾ ਕਿਹੜਾ ਕਰਮ ਗੁਰੂ ਸ਼ਬਦ ਦੀ ਰੌਸ਼ਨੀ ਵਿੱਚ ਕਿਵੇਂ ਕਰਨਾ ਹੈ, ਇਹ ਤਾਂ ਹੀ ਹੋਵੇਗਾ। ਹੁਣ ਬੱਚਾ ਕੋਈ ਇਬਾਰਤ ਲਿਖਦਾ ਹੈ, ਕੋਈ ਭਾਸ਼ਾ ਦੇ ਵਿੱਚ ਵਾਕ ਲਿਖਦਾ ਹੈ, ਕੋਈ ਗਣਿਤ ਦੀ ਥਿਊਰੀ ਬਣਾਉਂਦਾ ਹੈ, ਉਹ ਉਦੋਂ ਹੀ ਬਣਾਉਂਦਾ ਜਦੋਂ ਪਹਿਲਾਂ ਉਹਦੇ ਅੰਦਰ ਪਾਈ ਗਈ ਹੁੰਦੀ ਹੈ। 5-10 ਕਲਾਸਾਂ ਪੜ੍ਹ ਕੇ ਉਹਨੇ ਉਹਦੀ ਕਮਾਈ ਕੀਤੀ ਹੈ। ਜਿੰਨਾ ਚਿਰ ਪੂਰੀ ਤਰ੍ਹਾਂ ਗੁਰੂ ਸ਼ਬਦ ਨਾਲ ਜੁੜ ਕੇ ਕਮਾਈ ਨਹੀਂ ਕੀਤੀ, ਉਹਨਾਂ ਚਿਰ ਸਾਨੂੰ ਮਨ ਜਾਂ ਵਿਵਹਾਰ ਜਾਂ ਬਾਕੀ ਤਲ 'ਤੇ ਕਰਮ ਕਿਵੇਂ ਕਰਨੇ ਹਨ ਤਾਂ ਕਿ ਉਹਨਾਂ ਕੀਤੇ ਹੋਏ ਕਰਮਾਂ ਦੇ ਨਾਲ ਅੰਤਰੀਵ ਦੇ ਵਿੱਚ ਕੋਈ ਮੈਲ ਨਾ ਪੈਦਾ ਹੋਵੇ, ਇਹਦਾ ਯਤਨ ਹੀ ਨਹੀਂ ਕੀਤਾ। ਸੰਸਾਰਿਕ ਤੌਰ 'ਤੇ ਯਾਦਾਸ਼ਤ ਬੜੀ ਕਮਾਲ ਦੀ ਹੈ। ਸਾਰੇ ਨਗਰ ਦਾ ਡਾਟਾ ਇੱਕੋ ਬੰਦੇ ਕੋਲ ਮਿਲ ਜਾਂਦਾ ਹੈ, ਉਹਦੇ ਕੀਤੇ ਕੰਮਾਂ ਦਾ। ਪਰ ਆਪਣੇ ਜੀਵਨ ਨੂੰ ਠੀਕ ਅਰਥਾਂ ਦੇ ਵਿੱਚ ਸਵਾਰਨ ਦੇ ਲਈ ਜਿਹੜਾ ਗੁਰੂ ਸ਼ਬਦ ਨੇ ਗਿਆਨ ਦੀ ਰੌਸ਼ਨੀ ਦਾ ਐਡਾ ਵੱਡਾ ਸਾਗਰ ਰਚਿਆ ਹੈ, ਉਹਦੇ ਵਿੱਚੋਂ ਕੁਝ ਪ੍ਰਤੀਸ਼ਤ ਹਿੱਸਾ ਵੀ ਆਪਣੇ ਜੀਵਨ 'ਚ ਨਹੀਂ ਕਮਾ ਸਕਿਆ। ਨਹੀਂ ਪਤਾ ਬੋਲਣਾ ਕਿਵੇਂ, ਨਹੀਂ ਪਤਾ ਜੀਵਨ ਦੇ ਵਿੱਚ ਵਿਵਹਾਰ ਕੈਸਾ ਹੋਣਾ ਚਾਹੀਦਾ, ਨਹੀਂ ਪਤਾ ਆਪਣੇ ਆਪ ਦੀ ਪਛਾਣ ਕਿਵੇਂ ਕਰਨੀ ਹੈ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਦਿਲ ਰੱਤੇ ਬੰਦੇ ਦੀ ਨਿਸ਼ਾਨੀ ਹੈ। ਉਹਦੇ ਕੋਲੋਂ ਜਿਹੜਾ ਹੈ ਦੁਨੀਆ ਦੀਆਂ ਮੈਮਰੀਆਂ ਬਹੁਤ ਹੋਣਗੀਆਂ, ਬਹੁਤ ਜ਼ਿਆਦਾ ਹੋਣਗੀਆਂ, ਅਤੇ ਉਹ ਯਾਦਾਸ਼ਤ ਹੁੰਦੀ ਹੈ। ਹੁਣ ਉਸ ਯਾਦਾਸ਼ਤ ਦੇ ਵਿੱਚ ਗੁਰੂ ਦਾ ਸ਼ਬਦ ਪਾ ਕੇ ਅਤੇ ਆਪਣੇ ਜੀਵਨ ਦਾ ਕੋਈ ਚੰਗਾ ਅਮਲ ਖੜਾ ਕਰਨਾ ਸੀ, ਪਰ ਉਸ ਯਾਦਾਸ਼ਤ ਦੇ ਵਿੱਚ ਸੰਸਾਰ ਪਾਇਆ ਹੋਇਆ ਹੈ। ਦੁਨੀਆ ਦੇ ਚਤੁਰਾਈ ਦੇ, ਅਕਲ ਦੇ, ਹਉਮੈ ਦੇ ਹਵਾਲੇ ਆਪਣੀ ਯਾਦਾਸ਼ਤ ਵਿੱਚ ਪਾਏ ਹੋਏ ਹਨ। ਇਹ ਦਿਲ ਰੱਤਾ, ਦਿਲ ਰੱਤਾ ਇਸ ਦੁਨੀ ਸਿਉਂ ਦਾ ਦੂਜਾ ਭਾਵ ਇਹ ਹੈ ਬੁੱਧੀ ਦੇ ਤਲ 'ਤੇ। ਸੰਸਾਰ ਦੇ ਵਿੱਚ ਪ੍ਰਸਿੱਧ ਹੋਣ ਦੇ ਲਈ ਆਪਣੀ ਬੁੱਧੀ ਦਾ ਅਕਲ ਵਾਲਾ ਹਿੱਸਾ ਵੀ ਵਰਤਿਆ, ਚਤੁਰਾਈ ਵਾਲਾ ਵੀ ਵਰਤਿਆ, ਅਤੇ ਛਲ ਕਪਟ ਵਾਲਾ ਵੀ ਵਰਤਿਆ। ਸਾਰੀ ਤਰਫ ਯਤਨ ਕੀਤਾ। ਕਾਰੋਬਾਰ ਦੀ ਸੰਪੰਨਤਾ ਦੇ ਲਈ ਬੁੱਧੀ ਦੀ ਬੜੀ ਬਾਰੀਕ ਵਰਤੋਂ ਕੀਤੀ। ਜੇ ਬੁੱਧੀ ਘੱਟ ਸੀ ਤਾਂ ਦੂਜਿਆਂ ਦੀ ਵੀ ਮਦਦ ਲਈ, ਨਹੀਂ ਕਿ ਮੇਰੀ ਬੁੱਧੀ ਉਚੇਰੀ ਹੋ ਜਾਵੇ, ਦੂਜਿਆਂ ਦੀ ਮਦਦ ਲਈ। ਕਪਟ ਆਦਿਕ ਦੇ ਲਈ ਵੀ ਬੁੱਧੀ ਦਾ ਪੂਰਾ ਸਹਾਰਾ ਲਿਆ। ਪਰ ਜਦੋਂ ਗੁਰੂ ਸ਼ਬਦ ਦੇ ਬਾਰੀਕੀ ਨੂੰ ਆਪਣੇ ਜੀਵਨ ਦੇ ਨਾਲ ਜੋੜਨਾ ਸੀ, ਉਦੋਂ ਕਹਿ ਦਿੱਤਾ ਮੈਨੂੰ ਸਮਝ ਨਹੀਂ ਹੈ ਜਾਂ ਮੇਰਾ ਇਹਦੇ ਨਾਲ ਤਾਲਮੇਲ ਨਹੀਂ ਬਣਦਾ। ਇਹ ਦਿਲ ਰੱਤੇ ਬੰਦਿਆਂ ਦੀ ਨਿਸ਼ਾਨੀ ਹੈ। ਸੰਸਾਰ ਦੇ ਵਿੱਚ ਜਦੋਂ ਕਾਰਜ ਕਰਨਾ ਪੂਰਾ ਤਾਣ ਲਗਾਇਆ, ਦਿਨ ਰਾਤ ਸੋਚਦੇ ਰਹੇ। ਗੁਰੂ ਸ਼ਬਦ ਦੀ ਕੋਈ ਗਹਿਰੀ ਪਰਤ ਤੋਂ, ਗਹਿਰੀ ਰਮਜ ਤੋਂ ਜਾਣਨਾ ਹੈ। ਖੁਦ ਯਤਨ ਕਰਨਾ ਤਾਂ ਦੂਰ, ਜਿੱਥੇ ਕਿਤੇ ਇਹ ਉਪਲਬਧ ਹੈ ਉੱਥੇ ਜਾਣ ਦਾ ਵੀ ਪੂਰੀ ਤਰ੍ਹਾਂ ਯਤਨ ਨਹੀਂ ਕਰਦਾ। ਇਹ ਦਿਲ ਰੱਤੇ ਦੀ ਨਿਸ਼ਾਨੀ। ਫਿਰ ਦਿਲ ਰੱਤੇ ਬੰਦੇ ਕੋਲੋਂ ਇੱਕ ਦੌੜ ਵੀ ਹੁੰਦੀ ਹੈ। ਦੁਨੀਆ ਦੇ ਨਾਲ ਜਿਹੜਾ ਰੱਤਿਆ ਹੋਇਆ ਉਹਦੇ ਕੋਲ ਦੌੜ ਹੈ। ਸਵੇਰੇ ਆਪਣੇ ਧੰਦਿਆਂ ਦੀ ਦੌੜ ਹੈ, ਬਾਅਦ 'ਚ ਸਾਰਾ ਦਿਨ ਸੰਸਾਰ ਦੇ ਲਈ ਦੌੜ ਹੈ। ਰਿਸ਼ਤੇਦਾਰ, ਪਰਿਵਾਰ ਤੋਂ ਲੈ ਕੇ ਇਤਨੀ ਜ਼ਿਆਦਾ ਹੈ। ਕਈ ਦਫਾ ਕਈ ਮਨੁੱਖ ਸੁਣੇ ਦਿਖਾਈ ਦਿੰਦੇ ਨੇ, ਸੁਣਾਈ ਦਿੰਦੇ ਨੇ ਕਿ ਸਾਡੇ ਲਈ ਤਾਂ ਦਿਨ ਜਿਹੜਾ ਹੈ ਨਾ ਉਹ 48 ਘੰਟੇ ਦਾ ਹੋਣਾ ਚਾਹੀਦਾ। ਰਾਤ ਭਾਵੇਂ 2 ਘੰਟੇ ਛੋਟੀ ਹੋ ਜਾਏ, ਦਿਨ 12 ਘੰਟੇ ਦਾ ਨਹੀਂ,
48 ਘੰਟੇ ਦਾ ਹੋਣਾ ਚਾਹੀਦਾ। ਸਾਡੇ ਤਾਂ ਸਿਲਸਿਲੇ ਇੰਨੇ ਕੁ ਪ੍ਰਮਾਣ ਆਪਦੇ ਸਨਮੁਖ ਰੱਖਦੇ ਹਾਂ। ਫਰੀਦੁਦੀਨ ਅਤਾਰ, ਜਿਨ੍ਹਾਂ ਦੇ ਪਵਿੱਤਰ ਨਾਮ ਤੋਂ ਬਾਬਾ ਫਰੀਦ ਸਾਹਿਬ ਜੀ ਦਾ ਨਾਮ ਫਰੀਦ ਰੱਖਿਆ ਗਿਆ ਸੀ, ਬੜੇ ਵੱਡੇ ਫਕੀਰ ਹੋਏ। ਉਹਨਾਂ ਦਾ ਸੈਂਟ ਦਾ ਕਾਰੋਬਾਰ ਸੀ, ਬਹੁਤ ਵੱਡੇ ਇਤਰ ਦੇ ਵਪਾਰੀ ਸਨ। ਇੱਕ ਦਫਾ ਆਪਣੀ ਦੁਕਾਨ 'ਤੇ ਇਤਰ ਵੇਚ ਰਹੇ ਸਨ। ਕੋਈ ਫਕੀਰ ਆ ਗਿਆ, ਉਹਨੇ ਦੇਖਿਆ ਗਾਹਕਾਂ ਦੇ ਵਿੱਚ ਕਿੰਨਾ ਮਸਤ ਹੈ। ਉਹਨੇ 2-3 ਦਫਾ ਆਵਾਜ਼ ਲਗਾਈ, ਫਰੀਦੁਦੀਨ ਉਤਾਰ ਨੂੰ ਉਹ ਸੁਣਾਈ ਨਾ ਦਿੱਤੀ। ਉਹਨੇ ਹੋਰ ਉੱਚੀ ਲਗਾਈ, ਸੁਣਾਈ ਨਾ ਦਿੱਤੀ। ਆਪਣੇ ਗਾਹਕਾਂ ਦੀ ਤਰਫ ਮਸਤ ਸੀ। ਬਾਅਦ 'ਚੋਂ ਫਕੀਰ ਨੇ ਬਹੁਤ ਉੱਚੀ ਆਵਾਜ਼ ਦੇ ਵਿੱਚ ਕਿਹਾ, ਖਿਲਾਰਾ ਇੰਨਾ ਖਿਲਾਰਾ ਇੰਨਾ ਖਿਲਾਰਾ। ਜਦੋਂ ਇਹ ਵਾਕ ਫਰੀਦੁਦੀਨ ਅਤਾਰ ਨੂੰ ਸੁਣਾਈ ਦੇ ਗਏ, ਕਹਿਣ ਲੱਗਾ ਕਿ ਕੋਈ ਵਸਤ ਚਾਹੀਦੀ, ਠੀਕ ਹੈ, ਇੰਝ ਸਾਹਮਣੇ ਖਲੋ ਕੇ ਖਿਲਾਰਾ ਖਿਲਾਰਾ ਕਹਿਣ ਦੀ ਕੀ ਤੁੱਕ ਬਣਦੀ ਹੈ? ਕਹਿੰਦਾ ਨਹੀਂ, ਤੁੱਕ ਤਾਂ ਕੋਈ ਨਹੀਂ ਬਣਦੀ। ਉਹ ਫਕੀਰ ਕਹਿਣ ਲੱਗਾ, ਕੇਵਲ ਇੰਨਾ ਹੈ ਕਿ ਤੇਰੇ ਦੁਆਰ 'ਤੇ ਕਿਸੇ ਬੰਦੇ ਦੀ ਦਸਤਕ ਕੋਈ ਹੈ, ਉਹ ਭਾਵੇਂ ਗਾਹਕ ਹੈ ਭਾਵੇਂ ਫਕੀਰ ਹੈ, ਇਹ ਵਿਸ਼ਾ ਵੱਖਰਾ ਹੈ, ਪਰ ਗੱਲ ਹੈ ਕਿ ਉਹਦੀ ਤਰਫ ਤੇਰੀ ਤਵੱਜੋ ਨਹੀਂ ਪਰਤ ਰਹੀ। ਇਹਦਾ ਮਤਲਬ ਕਿ ਅਜੇ ਤਾਂ ਬਾਹਰੀ ਤੌਰ 'ਤੇ ਤਵੱਜੋ ਨਹੀਂ ਤੂੰ ਦੇ ਰਿਹਾ, ਅੰਦਰੋਂ ਬਿਲਕੁਲ ਮੈਨੂੰ ਬੁੱਝ ਲੈਣਾ ਜਾਂ ਜਾਣ ਲੈਣਾ ਤੇਰੇ ਲਈ ਕਿੱਥੇ ਸੰਭਵ ਹੋਏਗਾ। ਇਸ ਕਰਕੇ ਮੈਂ ਤਨਜ ਕੀਤੀ ਹੈ ਕਿ ਇੰਨੇ ਖਿਲਾਰੇ ਤੋਂ ਤੇਰੀ ਮੁਕਤੀ ਕਿਵੇਂ ਹੋਏਗੀ? ਉਹ ਕਹਿਣ ਲੱਗਾ, ਜਿਵੇਂ ਤੇਰੀ ਹੋਏਗੀ ਉਵੇਂ ਸਾਡੀ ਹੋ ਜਾਏਗੀ। ਕਹਿਣ ਲੱਗਾ, ਇੰਨੀ ਤਿਆਰੀ ਹੈ? ਕਹਿਣ ਲੱਗਾ, ਹਾਂ, ਸਾਡੀ ਵੀ ਤਿਆਰੀ ਹੈ। ਜਿਵੇਂ ਤੂੰ ਮੁਕਤੀ ਹੋਏਗਾ ਖਿਲਾਰੇ ਤੋਂ, ਅਸੀਂ ਵੀ ਹੋ ਜਾਵਾਂਗੇ। ਉਹ ਫਕੀਰ ਪੂਰਨ ਅਵਸਥਾ ਵਾਲਾ ਸੀ। ਉਹਨੇ ਆਪਣੀ ਚਾਦਰ ਓੜੀ, ਆਪਣੇ ਸਰੀਰ 'ਤੇ ਉਹਦੀ ਦੁਕਾਨ ਸਾਹਮਣੇ ਲੰਮਾ ਪੈ ਗਿਆ। ਦੇਖਦੇ ਦੇਖਦੇ ਕੁਝ ਪਲਾਂ ਦੇ ਵਿੱਚ ਉਹਨੇ ਸਰੀਰ ਤਿਆਗ ਦਿੱਤਾ, ਆਪਣੇ ਪ੍ਰਾਣਾਂ ਦੀ ਕਿਰਿਆ ਨੂੰ ਸਮੇਟ ਲਿਆ। ਫਰੀਦੁਦੀਨ ਅਤਾਰ ਇਸ ਗੱਲ ਤੋਂ ਬੜਾ ਵੈਰਾਗਵਾਨ ਹੋਇਆ। ਆਪਣਾ ਸਾਰਾ ਵਪਾਰ ਆਦਿਕ ਤਿਆਗ ਕੇ ਉਹਨੇ ਫਕੀਰੀ ਮਾਰਗ ਨੂੰ ਧਾਰਨ ਕਰ ਲਿਆ। ਦਿਲ ਰੱਤਾ ਇਸ ਦੁਨੀ ਸਿਉਂ। ਗੁਰੂ ਨਾਨਕ ਸਾਹਿਬ ਜੀ ਜਦੋਂ ਹਮਜਾ ਗੌਸ ਫਕੀਰ ਨੇ ਕਹਿ ਦਿੱਤਾ ਕਿ ਸਾਰਾ ਨਗਰ ਝੂਠਾ ਹੈ, ਗੁਰੂ ਸਾਹਿਬ ਜੀ ਨੇ ਪ੍ਰਮਾਣ ਦਿਖਾਇਆ, ਨਹੀਂ, ਨਗਰ ਵਿੱਚ ਕੋਈ ਇੱਕ ਅੱਧਾ ਸੱਚਾ ਵੀ ਹੈਗਾ ਹੈ। ਭਾਈ ਮਰਦਾਨਾ ਜੀ ਨੂੰ ਕਿਹਾ ਕਿ ਜਾ 1 ਰੁਪਏ ਦਾ ਸੱਚ ਝੂਠ ਲੱਭ ਕੇ ਲਿਆ। ਉਹ ਗਏ। ਇੱਕ ਦੁਕਾਨਦਾਰ ਨੇ ਲਿਖ ਦਿੱਤਾ ਕਿ ਜਿਉਣਾ ਝੂਠ ਤੇ ਮਰਨਾ ਸੱਚ। ਗੁਰੂ ਸਾਹਿਬ ਜੀ ਨੇ ਦਿਖਾ ਦਿੱਤਾ ਕਿ ਆਹ ਦੇਖ ਬੰਦਾ ਹੈ। ਬਾਅਦ ਦੇ ਵਿੱਚ ਉਹ ਮੂਲੇ ਦੁਕਾਨਦਾਰ ਨੂੰ ਗੁਰੂ ਸਾਹਿਬ ਜੀ ਨੇ ਜਦੋਂ ਇੱਕ ਦਫਾ ਫਿਰ ਉਦਾਸੀਆਂ ਦੌਰਾਨ ਉਹਦੇ ਨਗਰ ਗਏ, ਉੱਥੇ ਜਾ ਕੇ ਭਾਈ ਮਰਦਾਨਾ ਜੀ ਨੂੰ ਭੇਜਿਆ ਕਿ ਜਾ ਉਹਨੂੰ ਬੁਲਾ ਕੇ ਲਿਆਓ, ਸਾਡਾ ਸਤਸੰਗੀ ਹੈ, ਉਹਨੂੰ ਮਾੜਾ ਮੋਟਾ ਗਿਆਨ ਦਾ ਪਤਾ ਹੈ। ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਇਹ ਤਾਂ ਸਾਧੂ ਲੋਕ ਨੇ, ਇਹਨਾਂ ਕੋਲੋਂ ਵਾਧੂ ਸਮਾਂ ਹੁੰਦਾ, ਅਸੀਂ ਕਾਰੋਬਾਰੀ ਹਾਂ, ਪਰਿਵਾਰ ਵਾਲੇ ਐਵੇਂ ਸਾਡਾ ਜੀਵਨ ਪਿੱਛੇ ਪਏਗਾ, ਇਸ ਕਰਕੇ ਕਹਿ ਦੇ ਘਰੇ ਨਹੀਂ ਹੈ। ਦਿਲ ਰੱਤਾ ਬੰਦੇ ਕੋ ਬੜੇ ਹਵਾਲੇ ਨੇ। ਕਹਿਣ ਲੱਗਾ ਪਤਨੀ ਨੂੰ ਕਿ ਕਹਿ ਦੇ ਉਹ ਘਰੇ ਨਹੀਂ ਹੈ। ਤਾਂ ਠੀਕ ਹੈ, 2-3 ਦਫਾ ਭਾਈ ਮਰਦਾਨਾ ਜੀ ਗਏ ਅਤੇ ਫਿਰ ਸਾਧ ਬਚਨ ਅਟਲਾਦਾ ਵਾਲੀ ਗੱਲ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਠੀਕ ਹੈ, ਜੇ ਉਹਦੀ ਪਤਨੀ ਨਹੀਂ ਕਹਿ ਰਹੀ ਘਰੇ ਹੈ ਤਾਂ ਸ਼ਾਇਦ ਫਿਰ ਨਹੀਂ ਹੋਵੇਗਾ। ਮੁਸ਼ਕਿਲ ਦੇ ਵਿੱਚ ਪੈ ਗਿਆ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਦਿਲ ਰੱਤਾ ਇਸ ਦੁਨੀ ਸਿਓ। ਤੇ ਦਿਲ ਰੱਤੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਕੀ ਚੰਗਾ ਹੋ ਗਿਆ ਮੇਰੇ ਲਾਗੇ। ਉਹਨੂੰ ਸਿਰਫ ਸੰਸਾਰਿਕ ਤੌਰ 'ਤੇ ਜੋ ਚੰਗਾ ਹੋ ਰਿਹਾ ਉਹਦਾ ਪਤਾ ਲੱਗਦਾ ਹੈ, ਪਰਿਵਾਰਕ ਉੱਨਤੀ ਪਤਾ ਲੱਗਦੀ ਹੈ, ਪਦਾਰਥਕ ਸੰਪੰਨਤਾ ਪਤਾ ਲੱਗਦੀ ਹੈ, ਜੀਵਨ ਦੇ ਜਿਹੜੇ ਬਾਹਰਮੁਖਤਾ ਵਾਲੇ ਪੱਧਰ ਬੜੇ ਠੋਸ ਹੋ ਗਏ ਨੇ ਉਹਨਾਂ ਦਾ ਪਤਾ ਲੱਗਦਾ ਹੈ। ਅਸਲ ਜੀਵਨ ਦੇ ਵਿੱਚ ਕੋਈ ਉੱਨਤੀ ਹੋਈ ਇਹਦਾ ਕੋਈ ਪਤਾ ਨਹੀਂ। ਇਸ ਕਰਕੇ ਬਾਬਾ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਦਿਲ ਰੱਤਾ। ਹੁਣ ਦਿਲ ਰੱਤੇ ਦੀ ਪਛਾਣ ਕਈਆਂ ਨੂੰ ਹੋ ਜਾਵੇ। ਦਿਲ ਰੱਤਾ ਇਸ ਦੁਨੀ ਸਿਉਂ। ਹੁਣ ਦਿਲ ਰੱਤੇ ਦਾ ਇਹ ਅੰਤਰੀਵ ਭਾਵ ਆਪਦੇ ਸਨਮੁਖ ਰੱਖਦਿਆਂ ਜਦੋਂ ਹੀ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਨ ਲੱਗ ਪਏ, ਆਲੇ ਦੁਆਲੇ ਦੇ ਖਿਆਲ ਜਿਹੜੇ ਪਰਿਵਾਰ ਸਮਾਜ ਨਾਲ ਜੁੜੇ ਨੇ ਬਹੁਤ ਜ਼ਿਆਦਾ ਆਉਣ ਲੱਗ ਪੈਣ। ਜਦੋਂ ਹੀ ਆਪਣੀ ਬੁੱਧੀ ਦੀ ਗੁਰੂ ਸ਼ਬਦ ਦੀ ਗਹਿਰਾਈ ਦੇ ਵਿੱਚ ਜਾਣਨ ਲਈ ਵਰਤੋਂ ਕਰਨ ਲੱਗੇ, ਬੁੱਧੀ ਜਿਹੜੀ ਹੈ ਨਕਾਰਾ ਦਿਸਣ ਲੱਗ ਪਵੇ। ਜਦੋਂ ਹੀ ਆਪਣੇ ਮਨ ਨੂੰ ਕੀਰਤਨ ਦੀ ਸੁਰ ਨਾਲ ਇਕਾਗਰ ਕਰੇ, ਮਨ ਦਾ ਸ਼ੋਰ ਬਹੁਤ ਜ਼ਿਆਦਾ ਵੱਧ ਜਾਵੇ। ਇਸ ਨੂੰ ਦਿਲ ਰੱਤਾ ਆਖਦੇ ਹਨ ਕਿ ਇਹਦਾ ਪੂਰੀ ਤਰ੍ਹਾਂ ਤਵਾਜ਼ਨ ਨਹੀਂ ਬਣ ਰਿਹਾ। ਤਾਂ ਹੁਣ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਦੁਨੀ ਸਿਉਂ। ਅੱਗੇ ਜ਼ਿਕਰ ਕੀਤਾ, ਦੁਨੀ ਨਾ ਕੀਤਾ ਕੰਮ। ਦੁਨੀਆ ਨਾਲ ਪਹਿਲਾਂ ਦਿਲ ਜੋੜ ਲਿਆ, ਹੁਣ ਇਹ ਕਿਸੇ ਕੰਮ ਨਹੀਂ ਆ ਰਹੇ। ਕੰਮ ਦਾ ਭਾਵ ਕੀ ਹੈ ਕਿ ਇਹਨਾਂ ਕਰਕੇ ਸਵਾਰਥ ਖੁਦ ਗਰਜੀ ਨਿੱਧ ਪ੍ਰਸਤੀ
ਧਾਰਨ ਕਰਕੇ ਪ੍ਰਪੰਚ ਪਾਪ ਕੀਤਾ ਅਤੇ ਇਹਨਾਂ ਦੀ ਨਜ਼ਰ ਵਿੱਚ ਪੂਰਾ ਹੋ ਗਿਆ। ਪਰ ਉਹਨਾਂ ਕਰਮਾਂ ਕਰਕੇ ਜਿਹੜਾ ਚਿੱਤ ਦੇ ਉੱਪਰ ਪਾਪ ਅਵਗੁਣ ਦਾ ਭਾਰ ਬਣ ਗਿਆ, ਇਹ ਉਹਦੇ ਕੰਮ ਨਹੀਂ ਆ ਰਹੇ ਹੁਣ। ਇਹ ਇਸ ਗੱਲ ਦੇ ਵਿੱਚ ਕੰਮ ਤਾਂ ਇਹਨਾਂ ਨਾਲ ਦਿਲ ਜੁੜਿਆ ਸੀ, ਇਹਨਾਂ ਦੇ ਹਰ ਹਿੱਤ ਦੀ ਪੂਰਤੀ ਕਰ ਦਿੱਤੀ ਪ੍ਰਪੰਚ ਕਰਕੇ। ਪਰ ਉਸ ਪ੍ਰਪੰਚ ਕਰਨ ਤੋਂ ਬਾਅਦ ਜਿਹੜਾ ਅੱਜ ਚਿੱਤ ਮੈਲਾ ਹੋ ਗਿਆ, ਬੁਢਾਪਾ ਜਿਹੜਾ ਤੌਖਲਿਆਂ ਦੇ ਨਾਲ ਭਰ ਗਿਆ ਕਿ ਪਰਿਵਾਰ ਦੇ ਮਗਰ ਲੱਗ ਕੇ ਸਾਰੀ ਜ਼ਿੰਦਗੀ ਅਨੈਤਿਕ ਕਿਸਮ ਦੇ ਕੰਮ ਕਰਦੇ ਨੇ, ਜਿਹੜਾ ਹੁਣ ਚਿੱਤ 'ਤੇ ਭਾਰ ਬਣ ਗਿਆ ਹੈ, ਉਹਦੇ ਵਿੱਚ ਇਹ ਕੰਮ ਨਹੀਂ ਆਉਣਗੇ, ਸਹਾਇਕ ਨਹੀਂ ਹੋਣਗੇ। ਇਸ ਕਰਕੇ ਬਾਣੀ ਦੇ ਵਿੱਚ ਵਾਕ ਆਉਂਦਾ ਗੁਰੂ ਸਾਹਿਬ ਜੀ ਦਾ ਕਿ ਜਿਹੜੀ ਦੁਨੀਆ ਇਹ ਝੱਖ ਮਾਰਨ ਵਾਲੀ ਗੱਲ ਹੈ ਬੰਦੇ ਦੇ ਨਾਲ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਕਿ ਦਿਲ ਰੱਤਾ ਇਸ ਦੁਨੀ ਸਿਉ, ਪਰ ਅਸਲੀਅਤ ਕੀ ਹੈ, ਦੁਨੀ ਨਾ ਕਿਤੈ ਕੰਮ। ਬੜਿਆਂ ਦੇ ਨਾਲ ਮਿੱਠਾ ਬੋਲ ਕੇ ਹਜ਼ਾਰਾਂ ਮਨੁੱਖਾਂ ਦਾ ਇਕੱਠ ਖੜਾ ਕਰ ਲਿਆ ਜਿਹੜਾ ਸਾਡੇ ਨਾਲ ਚੱਲਦਾ ਹੈ, ਪਰ ਸ਼ਮਸ਼ਾਨ ਤੋਂ ਅਗਲਾ ਸਫ਼ਰ ਇਕੱਲਿਆਂ ਦਾ। ਬੜੇ ਐਸੇ ਹਨ ਜਿਹੜੇ ਸਾਡੇ ਸਾਰੇ ਭਾਵ ਬੁੱਝ ਲੈਂਦੇ ਨੇ, ਪਰ ਸਾਡੇ ਜੀਵਨ ਦੀ ਐਸੀ ਵਿਥਿਆ ਜਿਹੜੀ ਸਾਡੇ ਮਨੁੱਖਾ ਜਨਮ ਦੇ ਮਨੋਰਥ ਦੀ ਨਾ ਪਛਾਣਨ ਕਰਕੇ ਅਧੂਰੀ ਰਹਿ ਗਈ ਹੈ, ਉਹਦੀ ਮਰਜ਼ ਕੋਈ ਨਹੀਂ ਪਛਾਣਦਾ। ਬਾਬਾ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਦੁਨੀ ਨਾ ਕਿਤੈ ਕੰਮ। ਇਹਦੇ ਲਈ ਜੋ ਕੁਝ ਕੀਤਾ ਹੈ ਉਹ ਕਿਸੇ ਤਰ੍ਹਾਂ ਦਾ ਕੰਮ ਨਹੀਂ ਆ ਰਿਹਾ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਇਹ ਪਹਿਲਾ ਅਨੁਭਵ ਹੈ ਜਗਿਆਸੂ ਦਾ। ਉਹਨੇ ਦੇਖਿਆ ਕਿ ਮੈਂ ਜਿੰਨਾ ਦੁਨੀਆ ਦੀ ਤਰਫ ਚੱਲਿਆ ਓਨਾ ਹੀ ਅਧੂਰਾ ਰਿਹਾ ਹਾਂ। ਇਸ ਕਰਕੇ ਆਖਦੇ ਦੁਨੀ ਨਾ ਕਿਤੈ ਕੰਮ। ਇਹ ਮੇਰੇ ਕਿਸੇ ਵੱਡੇ ਕੰਮ ਨਹੀਂ ਆ ਸਕੀ। ਉਹ ਵੀ ਸੰਸਾਰਿਕ ਤਲ ਦਾ ਨਹੀਂ ਹੈ, ਦੁਨਿਆਵੀ ਤਲ 'ਤੇ ਤਾਂ ਬੰਦੇ ਆ ਹੀ ਜਾਂਦੇ ਨੇ ਮਾੜੇ ਮੋਟੇ ਕੰਮ। ਇੱਥੇ ਅਧਿਆਤਮਿਕ ਤਲ ਦੀ ਗੱਲ ਹੋ ਰਹੀ ਹੈ ਕਿ ਇਹਨਾਂ ਨਾਲ ਜਦੋਂ ਦਿਲ ਜੁੜਿਆ ਸੀ ਉਦੋਂ ਸਾਰਾ ਸਮਾਂ ਬਤੀਤ ਹੋ ਗਿਆ। ਹੁਣ ਬੁਢਾਪਾ ਹੈ ਅਤੇ ਜੇ ਬੁਢਾਪੇ ਦੇ ਵਿੱਚ ਕੋਈ ਬੰਦਗੀ ਦਾ ਯਤਨ ਕਰਨ ਲੱਗਦਾ ਹਾਂ ਤਾਂ ਇਹ ਮੇਰੇ ਕੰਮ ਨਹੀਂ ਆਉਂਦੇ। ਭਾਵ ਕਿ ਕਈ ਬਜ਼ੁਰਗਾਂ ਨੇ ਸ਼ਿਕਾਇਤ ਕੀਤੀ ਹੈ, ਗੁਰੂ ਘਰ ਆਉਣਾ ਚਾਹੁੰਦੇ ਹਾਂ, ਗੁਰੂ ਘਰ ਤੱਕ ਆਉਣ ਦੇ ਲਈ ਪਰਿਵਾਰ ਹੀ ਸਹਿਮਤ ਨਹੀਂ ਹੋ ਰਿਹਾ, ਜਾਂ ਸਹਿਮਤ ਨਹੀਂ ਹੋ ਰਿਹਾ ਜਾਂ ਆਉਣ ਨਹੀਂ ਦੇ ਰਿਹਾ। ਜੇ ਆਉਣ ਦੇ ਲਈ ਕਿਤੇ ਮਾੜਾ ਮੋਟਾ ਸਾਧਨ ਉਪਲਬਧਤਾ ਦੀ ਗੱਲ ਕਰਦੇ ਹਾਂ, ਉਹ ਵੀ ਨਹੀਂ ਕਰਨ ਦੇਣ। ਇਸ ਕਰਕੇ ਉੱਥੇ ਦੇ ਉੱਥੇ ਹੀ ਟਿਕੇ ਆ। ਦੁਨੀ ਨਾ ਕਿਤੈ ਕੰਮ, ਇਹ ਤਾਂ ਇੱਕ ਸਧਾਰਨ ਗੱਲ ਹੈ। ਉਸ ਬਜ਼ੁਰਗ ਦੇ ਅੰਦਰ ਪਰਿਵਾਰ ਦੇ ਦਿਲ ਰੱਤਾ ਕਰਕੇ ਜਿੰਨੇ ਔਗਣਾਂ ਦਾ ਭਾਰ ਹੈ ਅਤੇ ਉਹਦੀ ਵਾਸਨਾ ਨਹੀਂ ਜਿਹੜੀ ਮਰ ਰਹੀ, ਤਾਂ ਗੁਰੂ ਸਾਹਿਬ ਜੀ ਕਹਿੰਦੇ ਦੁਨੀ ਨਾ ਕਿਤੈ ਕੰਮ। ਅਤੇ ਜਿਹੜੇ ਦਿਲ ਰੱਤੇ ਬੰਦੇ ਇਹਨਾਂ ਦੀ ਵਾਸਨਾ ਟੁੱਟਦੀ ਵੀ ਨਹੀਂ। ਹਰ ਵਕਤ ਕਦੀ ਪਤਨੀ ਦਾ ਜ਼ਿਕਰ, ਕਦੇ ਪੁੱਤਰ ਦਾ। ਕਿ ਇਹ ਨਹੀਂ ਮੈਂ ਕਹਿ ਰਿਹਾ ਕਿ ਬਾਣੀ ਦੀ ਵਿਚਾਰ ਦੇ ਅੰਤਰਗਤ ਕਿ ਬੰਦਾ ਜੀ ਬੜਾ ਸਿਫਰ ਹੋ ਕੇ ਬਹਿ ਜਾਏ ਕਿ ਮੈਨੂੰ ਤਾਂ ਕੋਈ ਮੋਹ ਨਹੀਂ। ਗੱਲ ਇਹ ਹੈ ਕਿ ਜੀਵਨ ਦੇ ਸਫ਼ਰਾਂ ਦੇ ਵਿੱਚ ਜੀਵਨ ਦਾ ਜਿੰਨਾ ਕੁਝ ਭੋਗ ਲਿਆ ਉਹਨੂੰ ਹੁਣ ਸ਼ੂਨਿਆ ਕਰਨ ਦਾ ਵੀ ਯਤਨ ਕਰ। ਤੇਰੀ ਦੇਹ ਤਾਂ ਸ਼ੂਨਿਆ ਹੋ ਰਹੀ ਹੈ ਕਿ ਇੰਨੇ ਅਮੋਲਕ ਪ੍ਰਾਣਾਂ ਦੀ ਰਾਸ ਨਾਲ ਭਰਿਆ ਸਾਂ, ਉਹ ਹੁਣ ਖਤਮ ਹੋਣ ਆ ਗਈ ਹੈ। ਬਾਹਰਲਾ ਸਰੀਰਕ ਜੀਵਨ ਤਾਂ ਖਤਮ ਹੋ ਰਿਹਾ, ਜਿਹੜਾ ਅੰਦਰ ਜੀਵਨ ਚੱਲ ਰਿਹਾ ਹੈ ਯਾਦਾਸ਼ਤ ਵਾਲਾ, ਉਹ ਨਹੀਂ ਖਤਮ ਹੋ ਰਿਹਾ। ਅਤੇ ਜੇ ਉਹ ਨਹੀਂ ਖਤਮ ਹੋ ਰਿਹਾ ਤਾਂ ਉਸੇ ਜੀਵਨ ਨੇ ਵਾਸਨਾ ਬਣ ਜਾਣਾ ਅਤੇ ਅਗਲੇ ਜਨਮ 'ਤੇ ਵਿਵੱਛ ਹੋਏਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਦੁਨੀ ਨਾ ਕਿਤੈ ਕੰਮ। ਹੁਣ ਉਦਾਹਰਨ ਦੇ ਤੌਰ 'ਤੇ ਇੱਕ ਸਰਲ ਜਿਹਾ ਭਾਵ ਹੋਰ ਅਰਜ਼ ਕਰਦੇ ਹਾਂ। ਕਿਸੇ ਬੰਦੇ ਨੂੰ ਕਹੋ ਮੈਂ ਵਿਹਲਾ, ਮੈਂ ਗੱਲਾਂ ਕਰਨੀਆਂ, ਤੁਹਾਨੂੰ 2-3 ਘੰਟੇ ਦੇ ਦੇਵੇਗਾ, ਮੇਰੇ ਕੋਲ ਬੜਾ ਸਮਾਂ ਹੈ। ਕਿਸੇ ਬੰਦੇ ਨੂੰ ਕਹਿ ਦਿਓ ਕਿ ਕੋਈ ਦੁਨਿਆਵੀ ਪ੍ਰਾਪਤੀ ਕਰਨੀ ਹੈ ਪਦਾਰਥਕ ਤਲ ਦੀ, ਤੁਹਾਡੇ ਨਾਲ ਚੱਲ ਪਏਗਾ। ਕਿਸੇ ਬੰਦੇ ਨੂੰ ਕਹਿ ਦਿਓ ਕਿ ਮੈਨੂੰ ਗਿਆਨ ਦਾ ਵਾਕ ਸਮਝਣ ਦੀ, ਮਨ ਦੀ ਗਹਿਰਾਈ ਨੂੰ ਵਾਚਣ ਦਾ ਕੋਈ ਨੁਕਤਾ ਲੱਭ ਦਿਓ, ਉਹ ਕਹਿਣ ਲੱਗਣਗੇ ਗੱਲਾਂ ਜਿਹੜੀਆਂ ਨੇ ਥੋੜ੍ਹੀਆਂ ਨੀਰਸ ਹੁੰਦੀਆਂ ਨੇ, ਛੱਡੋ ਇਹਨਾਂ ਦਾ ਖਹਿੜਾ। ਇਸ ਕਰਕੇ ਦੁਨੀ ਨਾ ਕਿਤੈ ਕੰਮ। ਦੁਨੀ ਠੀਕ ਢੰਗ ਦੇ ਨਾਲ, ਕਿਉਂਕਿ ਇਹਦੇ ਵਿੱਚ ਮੇਨ ਸਮੱਸਿਆ ਇਹ ਹੈ ਕਿ ਜਿਤਨਾ ਬੰਦਾ ਬਾਹਰ ਮੁਖਤਾ ਦੇ ਵਿੱਚ ਹੁੰਦਾ, ਬਾਹਰ ਮੁਖਤਾ ਬੰਦੇ ਦੇ ਕੰਮ ਆਉਂਦੀ ਨਹੀਂ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮਿਸਲ ਫਕੀਰਾਂ ਗਾਖੜੀ ਸੋ ਪਾਈ। ਮਹਾਤਮਾ ਬੁੱਧ ਜੀ ਦੇ ਜੀਵਨ ਦੀ ਬੜੀ ਚੰਗੀ ਗੱਲ ਹੈ। ਉਹ ਕਿਸੇ ਨਗਰ ਦੇ ਵਿੱਚ ਠਹਿਰੇ ਹੋਏ, ਉਸ ਨਗਰ ਦੇ ਵਿੱਚ ਨਗਰ ਦੇ ਸਾਰੇ ਲੋਕ ਉਹਨਾਂ ਦਾ ਉਪਦੇਸ਼ ਸੁਣਨ ਆਏ। ਉਸ ਨਗਰ ਦੇ ਵਿੱਚ ਕਈ ਦਿਨ ਰਹਿ ਕੇ ਉਪਦੇਸ਼ ਕਰਦੇ ਰਹੇ। ਜਦੋਂ ਚੱਲਣ ਲੱਗੇ ਅਤੇ ਜਦੋਂ ਚਲੇ ਗਏ ਅਤੇ ਇੱਕ ਜਿਹੜਾ ਉਹਨਾਂ ਦਾ ਕੋਈ ਜਗਿਆਸੂ ਸੀ, ਜਦੋਂ ਚੱਲਣ ਲੱਗੇ ਉਹ ਕਹਿਣ ਲੱਗੇ ਕਿ ਸਾਰਾ ਨਗਰ ਤੁਹਾਡਾ ਉਪਦੇਸ਼ ਸੁਣਨ ਆਇਆ, ਸਾਰਿਆਂ ਨੇ ਬੜਾ ਗਿਆਨ ਦਾ ਲਾਭ ਪ੍ਰਾਪਤ ਕੀਤਾ ਹੈ, ਅਤੇ ਪਰ ਇੱਕ ਨਹੀਂ ਆ ਸਕਿਆ
ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮਹਾਤਮਾ ਬੁੱਧ ਨੇ ਪ੍ਰਸ਼ਨ ਕੀਤਾ ਗਿਆ ਕਿ ਅਸੀਂ ਸਾਰੇ ਤੁਹਾਡੇ ਗਿਆਨ ਤੋਂ ਪ੍ਰਭਾਵਿਤ ਹੋਏ, ਪਰ ਇੱਕ ਨਹੀਂ ਆਇਆ, ਉਹਦਾ ਕਾਰਨ ਕੀ ਹੈ? ਮਹਾਤਮਾ ਬੁੱਧ ਨੇ ਬੜਾ ਸੁੰਦਰ ਜਵਾਬ ਦਿੱਤਾ ਕਿ ਜਿਹਦੇ ਕੋਲੋਂ ਜਿਸ ਚੀਜ਼ ਦੀ ਪਛਾਣ ਹੈ ਉਹ ਉਹਦੇ ਮਗਰ ਹੀ ਭੱਜੇਗਾ। ਕਹਿੰਦੇ ਜਿਸ ਦੇ ਕੋਲ ਜਿਸ ਚੀਜ਼ ਦੀ ਪਛਾਣ ਹੈ ਉਹਦੇ ਮਗਰ ਭੱਜੇਗਾ। ਪਸ਼ੂ ਦੇ ਅੱਗੇ 5 ਕਿਲੋ ਸੋਨੇ ਦਾ ਟੁਕੜਾ ਰੱਖ ਦਿਓ, ਇੱਕ ਪਾਸੇ ਚਾਰਾ ਰੱਖ ਦਿਓ, ਚਾਰੇ ਵੱਲ ਹੀ ਜਾਏਗਾ, ਉਹਨੂੰ ਸੋਨੇ ਨਾਲ ਕੋਈ ਮਤਲਬ ਨਹੀਂ। ਬਾਣੀ 'ਚ ਵਾਕ ਨੇ, ਚਾਉਣੇ ਸੋਇਨਾ ਪਾਈਐ, ਚੁਣ ਚੁਣ ਖਾਵੈ ਘਾਸ। ਸਮਝ ਕਰਕੇ ਹੈ। ਹੁਣ ਇੱਕ ਸਮਝ ਹੈ ਜਿਹਨੇ ਗੁਰੂ ਦੀ ਹਜ਼ੂਰੀ ਨੂੰ ਬੜਾ ਅਮੋਲਕ ਜਾਣ ਲਿਆ ਹੈ, ਇੱਕ ਸਮਝ ਕਹਿੰਦੀ ਹੈ ਇਹਦੇ 'ਚ ਹੈ ਹੀ ਕੱਖ ਨਹੀਂ, ਇਹ ਤਾਂ ਕਥਾ ਕਹਾਣੀਆਂ ਚੱਲਦੀਆਂ ਆਈਆਂ ਨੇ, ਬੜੇ ਯੁੱਗਾਂ ਦੀਆਂ ਚੱਲ ਰਹੀਆਂ ਨੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕਿ ਦੁਨੀ ਨਾ ਕੀਤਾ ਕੰਮ ਭਾਰੇ, ਜਾਗੇ ਪੁਰਸ਼ਾਂ ਦੀ ਬਾਤ ਹੈ ਤਾਂ ਮਿਸਲ ਫਕੀਰਾਂ ਗਾਖੜੀ, ਸੋ ਪਾਈਐ ਪੂਰ ਕਰਮ। ਫਕੀਰੀ ਜੀਵਨ ਵਾਲਾ ਜਿਹੜਾ ਔਖਾ ਗਾਖੜੀ ਮਾਰਗ ਹੈ, ਗੁਰੂ ਸਾਹਿਬ ਜੀ ਕਹਿੰਦੇ ਉਹ ਬੜਾ ਕਠਿਨ ਹੈ ਅਤੇ ਕਿਸੇ ਪੂਰੇ ਕਰਮਾਂ ਵਾਲੇ ਨੂੰ ਮਿਲਦਾ ਹੈ। ਨਹੀਂ ਤਾਂ ਸਾਰੇ ਦੁਨੀਆਦਾਰ ਹੋ ਕੇ ਹੀ ਮਰਦੇ ਹਨ। ਕੋਈ ਫਕੀਰ ਹੋ ਕੇ ਮਰ ਗਿਆ, ਦਰਵੇਸ਼ ਹੋ ਕੇ ਮਰ ਗਿਆ, ਕੋਈ ਵੱਡਾ ਸੰਤ ਬਣ ਕੇ ਆਪਣੇ ਜੀਵਨ ਨੂੰ ਸਫਲ ਕਰ ਗਿਆ, ਇਹ ਬਹੁਤ ਘੱਟ ਹੁੰਦਾ। ਇਸ ਕਰਕੇ ਕਹਿੰਦੇ ਦੁਨੀਆ ਦੀ ਤਰਫ ਲੱਗਣਾ ਬਹੁਤਾ ਯਤਨ ਨਹੀਂ ਕਰਨਾ ਪੈਂਦਾ, ਫਕੀਰੀ ਮਾਰਗ ਦੀ ਤਰਫ ਲੱਗਣਾ ਪੈਣਾ ਅਤੇ ਬੜਾ ਯਤਨ ਕਰਨਾ ਪੈਂਦਾ, ਆਪਣੇ ਆਪ ਨੂੰ ਹੀ ਬੜਾ ਸਾਧਣਾ ਪੈਂਦਾ ਹੈ। ਜਿਵੇਂ ਸਰਲ ਦਿਲ ਰੱਤਾ ਇਸ ਦੁਨੀ ਸੋਹ ਦਾ ਭਾਵ ਕੀ ਹੈ? ਦਿਲ ਰੱਤਾ ਇਸ ਦੁਨੀ ਭਾਵ ਵਾਲੇ ਬੰਦਿਆਂ ਦੇ ਕੋਲੋਂ ਜੇ ਪਦਾਰਥਕ ਸੱਤਾ ਹੋਵੇ ਨਾ, ਸਿਰਫ ਆਪਣੇ ਪ੍ਰਯੋਜਨ ਦੇ ਲਈ ਹੈ, ਦੂਜੇ ਦੇ ਹਿੱਤ ਨਹੀਂ। ਅਤੇ ਫਕੀਰ ਦੇ ਕੋਲ ਕੀ, ਜਿਹੜਾ ਫਕੀਰੀ ਮਾਰਗ ਹੈ ਉਹਦੇ ਕੋਲ ਜਿੰਨੀ ਵੀ ਪਦਾਰਥਕ ਸੱਤਾ ਹੈ ਉਹ ਸਾਰੀ ਦੂਜੇ ਦੇ ਲਈ, ਆਪਣੇ ਕੋਲ ਨਹੀਂ ਹੈ। ਮਨਸੂਰ ਨੇ ਜਦੋਂ ਸੂਲੀ ਚਾੜਨਾ ਸੀ ਅਤੇ ਉਹਨੇ ਇੱਕ ਜਿਹੜੀ ਰੋਟੀ ਕੁਝ ਦਿਨ ਪਹਿਲਾਂ ਉਹਦਾ ਦੋਸਤ ਦੇ ਗਿਆ ਸੀ, ਉਹ ਵੀ ਲੁਕਾ ਕੇ ਰੱਖੀ ਸੀ। ਫਾਂਸੀ 'ਤੇ ਚੜ੍ਹਨ ਤੋਂ ਪਹਿਲਾਂ, ਸੂਲੀ 'ਤੇ ਚੜ੍ਹਨ ਤੋਂ ਪਹਿਲਾਂ ਕਿਸੇ ਦੂਜੇ ਨੂੰ ਦੇ ਦਿੱਤੀ ਅਤੇ ਦੱਸ ਦਿੱਤਾ ਕਿ ਦਾਨ ਦੀ ਹੱਦ ਕਿੱਥੇ ਹੈ। ਦਿਲ ਰੱਤਾ ਦੁਨੀ ਵਾਲਾ ਬੰਦਾ ਜਦ ਇਸ ਤਰ੍ਹਾਂ ਦੀ ਫਕੀਰੀ ਮਾਰਗ ਨੂੰ ਧਾਰਨ ਕਰਕੇ ਦਾਨ ਵਰਗੇ ਕਰਮ ਦੀ ਚੇਸ਼ਟਾ ਕਰਦਾ ਹੈ, ਉਦੋਂ 50 ਤਰ੍ਹਾਂ ਦੀ ਸੋਚਵਾਨ ਹੁੰਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮਿਸਲ ਫਕੀਰਾਂ ਗਾਖੜੀ, ਸੋ ਪਾਈਐ ਪੂਰ ਕਰਮ। ਫਕੀਰੀ ਅਤੇ ਦਰਵੇਸ਼ੀ ਦੇ ਮਾਰਗ ਇੰਨੇ ਯਤਨ ਨਾਲ ਨਹੀਂ ਮਿਲਦੇ। ਹੁਣ ਫਕੀਰੀ ਅਤੇ ਦਰਵੇਸ਼ੀ ਮਾਰਗ ਕੀ ਹੁੰਦਾ? ਜੀਵਨ ਦੇ ਵਿੱਚ ਫਕੀਰ ਦਾ ਸਭ ਤੋਂ ਪਹਿਲਾ ਅੱਛਾ ਹੁੰਦਾ ਹੈ ਕਿ ਉਹਨੇ ਆਪਣੇ ਜੀਵਨ ਨੂੰ ਸਾਰੇ ਪੱਖਾਂ ਤੋਂ ਖਾਲੀ ਕਰਨਾ ਹੁੰਦਾ ਹੈ। ਭਾਵ ਕਿ ਖਾਲੀ ਕਰਨ ਦਾ ਮਤਲਬ ਇਹ ਹੈ, ਪਰਿਵਾਰ 'ਚ ਰਹਿੰਦੇ ਹਾਂ ਅਤੇ ਪਰਿਵਾਰ ਦੀ ਇੱਕ ਸਾਡੇ ਨਾਲ ਅਪੇਕਸ਼ਾ ਜੁੜ ਜਾਂਦੀ ਹੈ ਕਿ ਸਾਡੇ ਹਿੱਤ ਦੀ ਪੂਰਤੀ ਕਰਦਾ ਰਹੇ। ਜਦੋਂ ਹੀ ਦੂਜੇ ਦੇ ਹਿੱਤ ਦੀ ਪੂਰਤੀ ਕਰੇਗਾ, ਪਰਿਵਾਰ 'ਚ ਤਣਾਅ ਪੈਦਾ ਹੋ ਜਾਂਦਾ। ਫਕੀਰ ਇਸ ਕਰਕੇ ਉਹ ਜੇ ਘਰ ਦਾ ਤਿਆਗ ਕਰਦਾ, ਪਤਨੀ ਦਾ, ਪਰਿਵਾਰ ਦਾ, ਉਹ ਇਸ ਕਰਕੇ ਕਰਦਾ ਹੈ ਕਿ ਇਹਨਾਂ ਦੀ ਜਿਹੜੀ ਬਣੀ ਹੋਈ ਮਾਨਸਿਕਤਾ ਹੈ ਉਹ ਮੈਨੂੰ ਕੰਟਰੋਲ ਕਰਦੀ ਹੈ, ਅਤੇ ਪਰ ਮੇਰੀ ਆਤਮਾ ਦੀ ਪਰਵਾਜ਼ਤਾ ਸਾਂਝੀ ਹੈ, ਉਹ ਸਾਰੇ ਵਿਸ਼ਵ ਲਈ ਹੈ। ਇਹਨਾਂ ਦੇ ਇੱਕ ਪਰਿਵਾਰਕ ਪਿੰਜਰੇ ਵਿੱਚ ਰਹਿ ਕੇ ਆਪਣੀ ਆਤਮਾ ਦਾ ਜੀਵਨ ਮਾਰ ਲੈਣਾ ਉਹਨੂੰ ਪਰਵਾਹ ਨਹੀਂ, ਇਸ ਕਰਕੇ ਉਹ ਤਿਆਗ ਦਿੰਦਾ ਹੈ। ਪਦਾਰਥ ਇਸ ਕਰਕੇ ਤਿਆਗਦਾ ਹੈ ਕਿ ਪਦਾਰਥ ਦੀ ਵਾਸਨਾ, ਜਿੰਨਾ ਚਿਰ ਪਦਾਰਥ ਰਹੇਗਾ ਇਹਦੀ ਵਾਸਨਾ ਬਣੀ ਰਹੇਗੀ। ਬਜ਼ੁਰਗ ਹੋਰ ਕੁਝ ਨਹੀਂ ਹੈ, ਬੈਂਕ ਵੀ ਨਹੀਂ ਜਾ ਸਕਦਾ ਖੁਦ ਚੱਲ ਕੇ, ਆਪਣੇ ਕਾਰੋਬਾਰ ਦੇ ਸਿਲਸਿਲਿਆਂ 'ਤੇ ਵੀ ਜਾ ਕੇ ਫੇਰਾ ਨਹੀਂ ਮਾਰ ਸਕਦਾ, ਪਰ ਉੱਥੇ ਬੈਠਾ ਵਾਸਨਾ ਹੰਢਾ ਰਿਹਾ ਕਿ ਅਸੀਂ ਇਸ ਨਗਰ ਦੇ ਸ਼ਾਹ ਹੁੰਦੇ ਹਾਂ। ਵਾਸਨਾ ਹੰਢਾ ਰਿਹਾ, ਇਸ ਕਰਕੇ ਉਹ ਪਦਾਰਥ ਵੀ ਫਕੀਰ ਤਾਂ ਤਿਆਗ ਕਰਦਾ ਹੈ ਕਿ ਇਹਦੀ ਵਾਸਨਾ ਨਾ ਬਚੇ। ਜਦੋਂ ਪਦਾਰਥ ਹੀ ਨਾ ਰਿਹਾ, ਵਾਸਨਾ ਕਾਹਦੀ ਰਹੇਗੀ? ਜੇ ਬਾਕੀ ਵਾਸਨਾ ਰਹਿ ਗਈ ਤਾਂ ਫਿਰ ਹੌਲੀ ਹੌਲੀ ਉਹ ਸੋਲਵ ਹੋ ਜਾਏਗੀ, ਪਰ ਜਦੋਂ ਪਦਾਰਥ ਰਿਹਾ ਉਹ ਸੋਲਵ ਨਹੀਂ ਹੋਏਗੀ। ਦੂਜਾ, ਜਦੋਂ ਉਹ ਦੁਨੀਆਦਾਰਾਂ ਦੇ ਸੰਗ ਵਿਚਰੇਗਾ ਅਤੇ ਦੁਨੀਆਦਾਰੀ ਨੂੰ ਡੀਲ ਕਰਨ ਦੇ ਲਈ ਰੋਜ਼ਾਨਾ ਪਾਪ ਤਰ੍ਹਾਂ ਦੀ ਪ੍ਰਵਿਰਤ ਵਿੱਚ ਹੋਣਾ ਹੀ ਪਏਗਾ। ਜਦੋਂ 100 ਬੰਦਾ ਝੂਠ ਮਾਰੇਗਾ ਅਤੇ ਇੱਕ ਬੰਦਾ ਉਹਨੂੰ ਸੱਚ ਨਾਲ ਡੀਲ ਨਹੀਂ ਕਰ ਸਕਦਾ, ਉਹਨੂੰ ਵੀ ਇਸ ਸਥਿਤੀ ਵਿੱਚ ਆਉਣਾ ਪਏਗਾ ਕਿ ਉਹ ਸੱਚ ਝੂਠ ਦੇ ਨਾਲ ਰਾਜ਼ੀ ਹੋ ਜਾਏ। ਇਸ ਕਰਕੇ ਉਹ ਦੁਨੀਆਦਾਰੀ ਤੋਂ ਥੋੜ੍ਹੀ ਦੂਰੀ ਬਣਾ ਲੈਂਦਾ ਹੈ ਕਿ ਇਹਨਾਂ ਦੇ ਵਿੱਚ ਰਹਾਂਗੇ ਅਤੇ ਇਹਨਾਂ ਵਰਗਾ ਕਰਨਾ ਪਏਗਾ, ਇਹਨਾਂ ਤੋਂ ਦੂਰ ਰਹਾਂਗੇ ਤਾਂ ਇਹਨਾਂ ਦੀ ਖਲਜੱਗਣ ਤੋਂ ਮੁਕਤ ਰਹਾਂਗੇ। ਇਸ ਕਰਕੇ ਫਕੀਰੀ ਮਾਰਗ ਦੇ ਲਈ ਜਿਹੜੀ ਬੰਦੇ ਨੂੰ ਵੱਡਾ ਜੀਵਨ ਧਾਰਨ ਕਰਨਾ ਪੈਂਦਾ, ਗੁਰੂ ਸਾਹਿਬ ਜੀ ਕਹਿੰਦੇ ਪਾਈਐ ਪੂਰ ਕਰਮ। ਹੁਣ ਫਕੀਰੀ ਮਾਰਗ ਦੇ ਕੁਝ ਸਿਲਸਿਲੇ ਦੱਸਦਿਆਂ ਪਤਾ ਕਿਵੇਂ ਲੱਗੇ ਕਿ ਅਸੀਂ ਫਕੀਰ ਹੋਣਾ। ਹੁਣ ਇਹ ਨਾ ਕਦੇ ਜੀਵਨ 'ਚ ਕੱਢ ਲੈਣਾ ਕਿ ਬੜਾ ਨਤਾਣਾ ਜਿਹਾ ਬੰਦਾ ਫਕੀਰ ਹੁੰਦਾ। ਫਕੀਰ ਦਾ ਸਭ ਤੋਂ ਪਹਿਲਾਂ ਜਿਹੜਾ ਸੂਫੀ ਸਾਧਕਾਂ ਨੇ ਬਣਾਇਆ ਕਿ ਜੀਵਨ ਦੇ ਵਿੱਚ ਸਭ ਤੋਂ ਪਹਿਲਾਂ ਸੂਫੀ ਦੇ ਜੀਵਨ ਦੇ ਵਿੱਚ 4 ਸੱਸੇ ਉਤਰਨੇ ਚਾਹੀਦੇ ਨੇ। 4 ਸੱਸਿਆਂ ਦਾ ਮਤਲਬ ਸਬਰ,
ਸ਼ੁਕਰਾਨਾ, ਸਿਮਰਨ ਅਤੇ ਸੰਜਮ, ਇਹ 4 ਚੀਜ਼ਾਂ ਉਤਰਨੀਆਂ ਚਾਹੀਦੀਆਂ। ਸਭ ਤੋਂ ਪਹਿਲਾਂ ਸਬਰ, ਭਾਵ ਕਿ ਜਿੰਨਾ ਜੀਵਨ ਹੁਣ ਤੱਕ ਬਣ ਗਿਆ, ਚਾਹੇ ਯਤਨ ਕਰਕੇ ਚਾਹੇ ਬਿਨਾਂ ਯਤਨ ਤੋਂ, ਜੋ ਕੁਝ ਮਿਲ ਗਿਆ ਉਹ ਕੰਪਲੀਟ ਹੈ। ਕਦੇ ਉਹਦੇ 'ਤੇ ਸ਼ੱਕ ਨਹੀਂ ਕਰਨਾ ਕਿ ਅਧੂਰਾ ਹੈ। ਸਭ ਤੋਂ ਪਹਿਲਾਂ ਸਬਰ ਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਜੋ ਕੁਝ ਜੀਵਨ 'ਚ ਥੋੜ੍ਹੇ ਯਤਨ ਦੇ ਨਾਲ, ਬਹੁਤੇ ਯਤਨ ਦੇ ਨਾਲ ਪ੍ਰਾਪਤ ਹੋ ਗਿਆ ਹੈ, ਜਿਸ ਤਰ੍ਹਾਂ ਦੀ ਅਵਸਥਾ ਪ੍ਰਾਪਤ ਹੋ ਗਈ ਹੈ, ਕੰਪਲੀਟ ਹੈ, ਨਾ ਇਹਨੂੰ ਵਧਾਉਣ ਦੇ ਲਈ ਕੋਈ ਯਤਨ ਨਹੀਂ ਕਰਨਾ, ਇਹ ਕੰਪਲੀਟ ਮੰਨ ਕੇ ਚੱਲਣਾ। ਸਭ ਤੋਂ ਪਹਿਲਾਂ ਇਹ ਭਾਵ ਹੈ ਕਿ ਸਬਰ। ਅੱਗੇ ਸ਼ੁਕਰ ਦਾ ਭਾਵ ਹੈ ਕਿ ਜੇ ਇੱਥੇ ਕੰਪਲੀਟ ਹੋ ਗਏ ਆ ਅਤੇ ਕਿਤੇ ਰੋਸਾ ਨਾ ਰਵੇ, ਇਸ ਕਰਕੇ ਇਹਨੂੰ ਸ਼ੁਕਰ ਵਿੱਚ ਪਾ ਲੈਣਾ ਕਿ ਤੇਰਾ ਜਿਹੜਾ ਸਬਰ ਹੈ ਉਹ ਕਿਤੇ ਅਧੂਰਾ ਨਾ ਰਹਿ ਜਾਵੇ। ਅਤੇ ਸ਼ੁਕਰ ਜਿਹੜਾ ਹੈ ਉਹ ਜੀਵਨ ਦੇ ਵਿੱਚ ਉੱਚਾ ਰੱਖਦਾ ਹੈ। ਜੇ ਬੰਦਾ ਦੁਨੀਆਦਾਰੀ ਦੇ ਸਿਲਸਿਲਿਆਂ ਨੂੰ ਆਪਣੇ ਮਨ 'ਤੇ ਹਾਵੀ ਕਰਕੇ ਹੰਡਾਉਣ ਲੱਗ ਪਏ ਤਾਂ ਹਰੇਕ ਸਿਲਸਿਲੇ ਦੀ ਸ਼ਿਕਾਇਤ ਹੀ ਬਣੇਗੀ। ਪਰ ਜਿਹੜਾ ਸ਼ੁਕਰਾਨਾ ਹੈ ਉਹ ਮਨੁੱਖ ਦੀ ਇੱਕ ਐਸੀ ਉਚਾਈ ਬਣਾਈ ਰੱਖਦਾ ਹੈ ਕਿ ਉਹਨੂੰ ਭਗਤੀ ਮਾਰਗ ਤੋਂ ਡੋਲਣ ਨਹੀਂ ਦਿੰਦਾ। ਸਬਰ, ਸ਼ੁਕਰ, ਸ਼ੁਕਰਾਨਾ, ਸੰਜਮ, ਸਿਮਰਨ ਅੱਗੇ ਆਉਂਦਾ ਹੈ। ਫਿਰ ਇਸ ਸਾਰੇ ਕੁਝ ਨੂੰ ਜ਼ਿਕਰ ਦੇ ਨਾਲ ਜੋੜ ਲੈਣਾ। ਉਹ ਜ਼ਿਕਰ ਭਾਵ ਕਿ ਸਿਮਰਨ ਆਖਦੇ ਨੇ ਕਿ ਜੇ ਜੀਵਨ ਦੇ ਵਿੱਚ ਜ਼ਿਕਰ ਰਹੇਗਾ ਤਾਂ ਫਿਰ ਬਲ ਯਾਦ ਆਏਗੀ ਕਿ ਮੈਂ ਕੁਝ ਵੱਡਾ ਨਹੀਂ ਕੀਤਾ। ਭਾਵ ਕਿ ਪਰਮੇਸ਼ਰ ਦੇ ਸੰਬੰਧ ਦੇ ਵਿੱਚ ਜਦੋਂ ਆਪਣੀ ਹਸਤੀ ਨੂੰ ਰੱਖੇਗਾ ਤਾਂ ਸਮਝੇਗਾ ਕਿ ਮੈਂ ਕੁਝ ਨਹੀਂ ਵੱਡਾ ਕੀਤਾ, ਕੇਵਲ ਆਪਣੇ ਜੀਵਨ ਦਾ ਜਿੰਨਾ ਕੁ ਤਾਣ ਮਿਲਿਆ ਸੀ ਉਹਦਾ ਨਿਰਵਾਹ ਕੀਤਾ ਹੈ। ਇਸ ਕਰਕੇ ਉਹਦੇ ਜੀਵਨ 'ਚ ਫਿਰ ਹਰ ਪਲ ਯਾਦ ਬਣਦੀ ਹੈ, ਕਿਉਂਕਿ ਉਹ ਦੁਨੀਆ ਨੂੰ ਯਾਦ ਕਰੇਗਾ ਅਤੇ ਉਹਦੇ 'ਚ ਅਧੂਰਾਪਣ ਵਾਪਰੇਗਾ। ਹੁਣ ਅਸੀਂ ਕਿਸੇ ਬੰਦੇ ਨੂੰ ਯਾਦ ਕਰੀਏ, ਸਿੱਧਾ ਜਿਹਾ ਸਿਲਸਿਲਾ ਹੈ, ਜਿਹੜੇ ਦੁਨੀਆਦਾਰ ਦੇ ਸਾਨੂੰ ਬੰਦੇ ਮਿਲੇ ਨੇ। ਹੁਣ ਇਹਨਾਂ ਬੰਦਿਆਂ ਦਾ ਇੰਨਾ ਜੀਵਨ ਤਾਂ ਹੈ ਨਹੀਂ ਕਿ ਇਹਨਾਂ ਦਾ ਨਾਂ ਯਾਦ ਆਉਂਦੇ ਸਾਡੇ ਮੂੰਹੋਂ ਵਾਹਿਗੁਰੂ ਨਿਕਲੇ। ਐਸਾ ਤਾਂ ਕੋਈ ਬੰਦਾ ਦੁਨੀਆ 'ਚ ਹੈ ਨਹੀਂ ਕਿ ਉਹਨੂੰ ਯਾਦ ਕਰ ਲਈਏ, ਉਹਦਾ ਨਾਂ ਕਦੇ ਸੁਣਾਈ ਦੇਵੇ ਅਤੇ ਝੱਟ ਹੀ ਖਿਆਲ ਆਵੇ ਵਾਹਿਗੁਰੂ। ਹਾਂ, ਇਹ ਯਾਦ ਆ ਜਾਊਗਾ ਵੀ ਉਹ ਬੰਦਾ ਮਕਾਰ ਹੈ, ਉਹ ਬੰਦਾ ਬਹੁਤ ਤਗੜਾ ਫਰੌਡੀ ਹੈ, ਜਾਂ ਉਹ ਮਾੜਾ ਮੋਟਾ ਜਿੰਨਾ ਵੀ ਚੰਗਾ ਉਹ ਖਿਆਲ ਆ ਜਾਏਗਾ। ਪਰ ਉਸ ਬੰਦੇ ਦੇ ਯਾਦ ਆਉਣ ਨਾਲ ਨਿਰੰਕਾਰ ਦੀ ਯਾਦ ਨਹੀਂ ਆਉਣ ਵਾਲੀ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮਿਸਲ ਗਾਖੜੀ ਦਾ ਭਾਵ ਹੈ ਕਿ ਜਦੋਂ ਰੱਬੀ ਫਕੀਰ ਸਿਮਰਨ 'ਚ ਪੈਂਦਾ ਹੈ ਅਤੇ ਉਹ ਆਪਣੇ ਸਿਮਰਨ ਦਾ ਸੈਂਟਰ ਨਿਰੰਕਾਰ ਨੂੰ ਬਣਾਉਂਦਾ ਹੈ, ਜਿਹੜਾ ਰੂਪ ਰੰਗ ਤੋਂ ਰਹਿਤ ਹੈ। ਸਾਡੇ ਸਿਮਰਨ ਦਾ ਸੈਂਟਰ ਸਾਡਾ ਸੰਸਾਰ ਹੈ। ਸੁਪਨੇ ਵੀ ਸਾਨੂੰ ਪਰਿਵਾਰ ਦੇ ਹੀ ਆਉਂਦੇ ਨੇ ਰਾਤ ਨੂੰ, ਕਦੇ ਬੱਚੇ ਨੂੰ ਕਿਤੇ ਏਅਰਪੋਰਟ ਛੱਡੇ, ਕਦੇ ਕਿਤੇ, ਜੇ ਕਿਤੇ ਦਿਨੇ ਵੀ ਉਂਝ ਖਿਆਲ ਦਿਮਾਗ 'ਚ ਚੱਲਦੇ ਨੇ ਉਹ ਵੀ ਪਰਿਵਾਰ ਦੇ ਚੱਲਦੇ ਨੇ। ਜੇ ਕਦੇ ਅਚੇਤ ਬੈਠ ਕੇ ਗੱਲਾਂ ਕਰਦੇ ਉਹ ਵੀ ਪਰਿਵਾਰ ਦੇ ਸੈਂਟਰਡ ਹੁੰਦੀਆਂ ਨੇ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਕਿ ਜਿਹੜਾ ਫਕੀਰ ਦਾ ਸਿਮਰਨ ਹੈ ਉਹ ਸਾਰੀ ਕਾਇਨਾਤ ਦੇ ਨਾਲ ਜੁੜਿਆ ਹੁੰਦਾ। ਸਾਡਾ ਸਿਮਰਨ ਜੁੜਿਆ ਪਰਿਵਾਰ ਨਾਲ, ਸਾਨੂੰ ਪੰਜਾਂ ਜੀਆਂ ਦੀਆਂ ਸਮੱਸਿਆਵਾਂ ਹੀ ਨਜ਼ਰ ਆਉਂਦੀਆਂ ਨੇ। ਫਕੀਰ ਦੇ ਸਿਮਰਨ ਦਾ ਸੈਂਟਰ ਜੁੜਿਆ ਅਕਾਲ ਪੁਰਖ ਦੇ ਨਾਲ, ਉਹਨੂੰ ਸਾਰੀ ਸ੍ਰਿਸ਼ਟੀ ਦਾ ਦਰਦ ਨਜ਼ਰ ਆ ਰਿਹਾ। ਤਾਂ ਕਰਕੇ ਸੁਖਮਨੀ ਸਾਹਿਬ ਦੀ ਬਾਣੀ 'ਚ ਵਾਕ ਆਉਂਦੇ ਨੇ, ਸਗਲ ਕੀ ਚਿੰਤਾ ਜਿਸ ਮਨ ਮਾਹੇ। ਸਾਡੀ ਜਿਹੜੇ ਸਾਡੇ ਵਸੀਲਿਆਂ ਦਾ ਜਿੰਨਾ ਤਾਣ ਹੈ ਉਹ ਕਿਸੇ ਇੱਕ ਦੋ ਦੇ ਹੱਲ ਦੇ ਲਈ ਹੈ। ਫਕੀਰ ਆਪਣੇ ਜੀਵਨ ਦਾ ਤਾਣ ਸਗਲੀ ਕਾਇਨਾਤ ਲਈ ਲਗਾ ਦਿੰਦਾ ਹੈ। ਇਸ ਕਰਕੇ ਉਹਦਾ ਸਿਮਰਨ ਵੱਡਾ ਹੋ ਜਾਂਦਾ ਅਤੇ ਅੱਗੇ ਆਉਂਦਾ ਸੰਜਮ। ਉਹ ਜੀਵਨ ਦੇ ਵਿੱਚ ਹਰ ਇੱਕ ਚੀਜ਼ ਦਾ ਸੰਜਮ ਪਾਲਦਾ ਹੈ। ਸੰਜਮ ਪਾਲਣ ਦੇ ਲਈ ਬੋਲਣ ਦਾ ਸੰਜਮ ਸਭ ਤੋਂ ਪਹਿਲਾਂ ਸੂਫੀਆਂ ਨੇ ਬਹੁਤ ਜ਼ਿਆਦਾ ਮੰਨਿਆ ਕਿ ਬੋਲਣ ਦਾ ਸੰਜਮ, ਜੇ ਬੋਲਣਾ ਤਾਂ ਉਹਦੇ ਵਿੱਚ 2 ਚੀਜ਼ਾਂ ਹੋਣ। ਸੂਫੀਆਂ ਨੇ ਗੱਲ ਕਹੀ ਹੈ, ਜਾਂ ਤਾਂ ਉਹ ਗੀਤ ਹੋਵੇ ਅਤੇ ਜਾਂ ਉਹ ਰੱਬੀ ਭੇਦਾਂ ਦੀ ਵਿਚਾਰ ਹੋਵੇ, ਤੀਜਾ ਬੋਲ ਦਾ ਕੋਈ ਅਰਥ ਨਹੀਂ। ਬੋਲਣ ਦਾ ਸੰਜਮ ਚੱਲਣ, ਕਿਉਂਕਿ ਸੰਜਮ ਜਿਹੜਾ ਹੈ ਉਹ ਸਾਨੂੰ ਮੈਲ ਤੋਂ ਬਚਾਈ ਰੱਖਦਾ ਹੈ। ਜਿਹੜੇ ਬੰਦੇ ਸੰਜਮ ਨਹੀਂ ਧਾਰਨ ਕਰਦੇ ਉਹ ਬਹੁਤ ਜ਼ਿਆਦਾ ਮੈਲੇ ਹੋ ਜਾਂਦੇ ਨੇ। ਇਸ ਕਰਕੇ ਇਹ ਜਦੋਂ ਵੱਡੇ ਗੁਣ ਧਾਰਨ ਕਰਦੇ ਹਾਂ ਅਤੇ ਫਿਰ ਇੱਕ ਫਕੀਰੀ ਜੀਵਨ ਬਣਦਾ। ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸੋ ਪਾਈ ਹੈ ਪੂਰ ਕਰਮ। ਦੁਨੀਆ ਸਾਨੂੰ ਤ੍ਰਿਸ਼ਨਾ ਦੀ ਅੱਗ ਲਾ ਸਕਦੀ ਔਰ ਬਹੁਤ ਜ਼ਿਆਦਾ ਲਾਉਂਦੀ ਹੈ, ਬਹੁਤ ਜ਼ਿਆਦਾ ਲਾਉਂਦੀ ਹੈ। ਸਾਡੇ ਬਸਤਰਾਂ 'ਤੇ ਤਨਜ ਕਰਦੀ ਹੈ। ਉਦਾਹਰਨ ਦੇ ਤੌਰ 'ਤੇ ਬੰਦੇ ਦੇ ਕਿਸੇ ਵੀ ਸਟਾਈਲ ਜਿਹੜਾ ਵੀ ਉਹਦੇ ਜੀਵਨ ਦਾ ਹੈ ਉਹ ਦੁਨੀਆਦਾਰੀ ਦੇ ਕਿਸੇ ਸਾਂਚੇ 'ਚ ਫਿੱਟ ਨਹੀਂ ਆਉਂਦਾ। ਦੁਨੀਆ ਸਾਨੂੰ ਤ੍ਰਿਸ਼ਨਾ ਦੀ ਅੱਗ ਲਾ ਸਕਦੀ ਹੈ, ਪਰ ਸਬਰ ਦੀ ਜਿਹੜੀ ਪਾਹ ਹੈ ਉਹ ਸਾਨੂੰ ਕਰਮ ਨਾਲ, ਮਿਹਰ ਨਾਲ ਹੀ ਮਿਲ ਸਕਦੀ ਹੈ। ਤ੍ਰਿਸ਼ਨਾ ਦੀ ਅੱਗ ਲਾਉਣ ਨੂੰ ਕੀ ਹੈ? ਵਧੀ ਜਾਓ ਦਿਨ ਬਾ ਦਿਨ, ਕਪਟ ਕਰੀ ਜਾਓ, ਪਾਪ ਵਧਾਈ ਜਾਓ, ਤ੍ਰਿਸ਼ਨਾ ਦੀ ਅੱਗ ਵੱਧਦੀ ਜਾਏਗੀ। ਪਰ ਸਬਰ ਦਾ ਠਹਿਰਾਓ ਪੈਦਾ ਕਰਨਾ ਹੈ ਅਤੇ ਜੀਵਨ 'ਚ ਬੜਾ ਕੁਝ ਤਿਆਗਣਾ ਪੈਂਦਾ।
ਜੀਵਨ ਦੇ ਵਿੱਚ ਆਪਣੀ ਹੰਗਤਾ ਤਿਆਗਣੀ ਪੈਂਦੀ ਹੈ, ਆਪਣੀ ਨਿੱਜਤਾ ਤਿਆਗਣੀ ਪੈਂਦੀ ਹੈ। ਜੀਵਨ ਦੇ ਵਿੱਚ ਰੋਸਵਾਨ ਹੋਣਾ ਹੈ। ਗਿਣਤੀ ਕਰ ਲਓ, ਸਵੇਰ ਤੋਂ ਸ਼ੁਰੂ ਕਰ ਲਓ। ਉਦਾਹਰਨ ਦੇ ਤੌਰ 'ਤੇ ਮੌਸਮ ਨਹੀਂ ਫਿੱਟ ਬੈਠਦਾ ਬੜੀ ਜਨਤਾ ਨੂੰ, ਜ਼ਿਕਰ ਸੁਣੀਂਦਾ ਗਰਮੀ ਬੜੀ ਵੱਧ ਰਹੀ ਹੈ। ਦੱਸ, ਇੱਕ ਆਪਣੇ ਆਪ ਨੂੰ ਪੂਰੇ ਬ੍ਰਹਿਮੰਡ ਦੇ ਬਰਾਬਰ ਰੱਖਿਆ ਹੋਇਆ। ਇਸ ਗਰਮੀ ਦੇ ਨਾਲ ਧਰਤੀ ਦੀਆਂ ਹੋਰ ਕਿੰਨੀਆਂ ਕਿਰਿਆਵਾਂ ਜਿਹੜੀਆਂ ਚੰਗੀਆਂ ਚੱਲਣ ਲੱਗ ਪਈਆਂ ਨੇ, ਉਹਦਾ ਖਿਆਲ ਨਹੀਂ ਹੈ। ਮੈਨੂੰ ਗਰਮੀ ਲੱਗ ਰਹੀ ਹੈ, ਇਹ ਮੇਰਾ ਵੱਡਾ ਪੁਆਇੰਟ ਹੈ। ਪੂਰੇ ਬ੍ਰਹਿਮੰਡ ਦੇ ਸਾਹਮਣੇ ਆਪਣੇ ਆਪ ਨੂੰ ਰੱਖਿਆ। ਖੁਰਾਕ ਰਿਜ਼ਕ ਅੱਗੇ ਆ ਗਿਆ, ਉਹਦੇ ਵਿੱਚ ਕੋਈ ਮਾੜੀ ਮੋਟੀ ਕੁੜੱਤਣ ਜਾਂ ਕੋਈ ਫਿੱਕਾ ਪਾਣਾ ਹੈ, ਸ੍ਰਿਸ਼ਟੀ ਦੇ ਉੱਪਰ ਤਨਜ ਹੈ। ਜੇ ਇੱਕ ਦਿਨ ਦੀ ਗੱਲ ਕਰ ਲਈਏ ਤਾਂ ਮਨਮੁਖ ਬੰਦਾ ਸਾਰਾ ਦਿਨ ਸ਼ਿਕਾਇਤਾਂ ਦੇ ਨਾਲ ਭਰਿਆ ਹੈ। ਉਹਦੇ ਸਰੀਰ 'ਚ ਦਰਦ ਪੈਦਾ ਹੋ ਗਿਆ, ਉਹ ਆਪਣੀ ਭਗਤੀ ਨੂੰ ਵੀ ਉਹਦੇ ਸਾਹਮਣੇ ਖੜਾ ਕਰਕੇ ਤੁੱਛ ਸਾਬਤ ਕਰ ਦਿੰਦਾ। ਮਹੀਨਾ ਹੋ ਗਿਆ ਗੁਰੂ ਘਰ ਜਾਂਦੇ ਨੂੰ, ਇੱਕ ਲੱਤ ਪੀੜ ਨਹੀਂ ਠੀਕ ਹੋਈ। ਇੱਕ ਲੱਤ ਪੀੜ ਦੇ ਸਾਹਮਣੇ ਆਪਣੀ 1 ਮਹੀਨੇ ਦੀ ਬੰਦਗੀ ਨੂੰ ਤੁੱਛ ਸਾਬਤ ਕਰ ਦਿੰਦਾ ਆਪਣੇ ਰੋਸ ਵਿੱਚ ਆ ਕੇ। ਸ਼ਿਕਾਇਤਾਂ ਦੇ ਨਾਲ ਭਰਨਾ ਹੈ ਤੇ ਕੋਈ ਬਹੁਤਾ ਯਤਨ ਨਹੀਂ ਕਰਨਾ ਪਏਗਾ। ਸ਼ੁਕਰਾਨੇ ਨਾਲ ਭਰਨਾ ਹੈ ਤੇ ਹਰ ਇੱਕ ਸਥਿਤੀ ਦੇ ਉਲਟ ਅਮਲ ਕਰਨਾ ਪਏਗਾ। ਦੁੱਖ ਨੂੰ ਸੁੱਖ ਕਰਕੇ ਮੰਨਣਾ ਪਏਗਾ। ਉਹ ਔਖਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਦੁਨੀਆ ਨਾ ਕਿਤੇ ਕੰਮ। ਅੱਗੇ ਆਪਣੇ ਆਪ ਨੂੰ ਰੱਬੀ ਸਿਮਰਨ ਦੀ ਯਾਦ ਨਾਲ ਭਰਨਾ ਹੈ। ਕਿਤੇ ਪਰਿਵਾਰ 'ਚ ਹੀ ਬੰਦਾ, ਕਈ ਬੜੇ ਪਰਿਵਾਰਾਂ ਦੀ ਹਾਲਤ ਦੇਖੀਏ, ਕਿਤੇ ਪਰਿਵਾਰ 'ਚ ਹੀ ਬੰਦਾ ਬਹਿ ਜਾਏ ਨਾ 2 ਘੜੀਆਂ ਅੱਖਾਂ ਜੋੜ ਮੀਟ ਕੇ, ਅਤੇ ਉਹ ਉਹਨਾਂ ਨੂੰ ਚਿੰਤਾ ਹੋ ਜਾਂਦੀ ਹੈ ਕਿ ਇਹਦੇ ਨੂੰ ਚੰਗਾ ਤੇ ਘਰ ਦਾ ਕੋਈ ਕੰਮ ਕਰ ਲੈ ਸਾਡਾ। ਪਰਿਵਾਰ ਤੁਹਾਨੂੰ ਆਪਣੇ ਧੰਦਿਆਂ ਲਈ ਜਰਾ ਜਿੰਨੀ ਵੇਲ ਨਹੀਂ ਦੇਵੇਗਾ, ਉਹਨੇ ਤੁਹਾਨੂੰ ਸਦਾ ਹੀ ਤੁਹਾਡੀ ਜਿਹੜੀ ਲਿਵ ਨੂੰ ਆਪਣੀ ਤਰਫ ਲਗਾ ਕੇ ਰੱਖਣਾ, ਧਾਤ ਬਣਾ ਕੇ ਰੱਖਣਾ। ਪਰ ਤੁਹਾਡੇ ਜੀਵਨ 'ਚ ਸਿਮਰਨ ਦੇ ਨਾਲ ਕੋਈ ਤੁਹਾਡਾ ਅੰਦਰ ਦਾ ਠਹਿਰਾਓ ਪੈਦਾ ਹੋ ਜਾਏ, ਜੀਵਨ ਦਾ ਕੋਈ ਸ਼ਾਂਤ ਪਦ ਮਿਲ ਜਾਏ, ਵਿਕਾਰਾਂ ਤੋਂ ਦੂਰੀ ਬਣ ਜਾਏ, ਮੂਲ ਸਰੂਪ ਦੀ ਪਛਾਣ ਹੋ ਜਾਏ, ਇਹਦੇ ਲਈ ਕੋਈ ਮੌਕਾ ਨਹੀਂ ਦੇਵੇਗਾ। ਇਸ ਕਰਕੇ ਹੁਣ ਉਦਾਹਰਨ ਦੇ ਤੌਰ 'ਤੇ ਗੁਰਦੁਆਰੇ ਸਾਰੇ ਕਿਉਂ ਆਉਂਦੇ ਨੇ? ਕਾਰਨ ਕੀ ਹੈ ਇਹਦਾ? ਤਾਂ ਘਰ ਦੇ ਵਿੱਚ ਧਰਮ ਦੀ ਸਾਧਨਾ ਨਹੀਂ ਹੋ ਸਕਦੀ। ਜੇ ਬੰਦਾ ਕਰਨ ਵੀ ਲੱਗ ਪਏਗਾ ਤਾਂ ਦੂਜਿਆਂ ਨੇ ਐਸਾ ਮਾਹੌਲ ਨਹੀਂ ਉਪਲਬਧ ਹੋਣ ਦੇਣਾ। ਉਹ ਘਰ ਹੈ ਹੀ ਐਸਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕਿ ਫਿਰ ਉਹ ਸਿਮਰਨ ਵੀ ਬੰਦੇ ਦਾ ਨਹੀਂ ਬਣਨ ਦਿੰਦੇ। ਅੱਗੇ ਜ਼ਿਕਰ ਕਰਦੇ ਹਨ ਸੰਜਮ। ਜੇ ਬੰਦਾ ਸੰਜਮ ਦਾ ਹੀ ਹੋਣਾ ਚਾਹਵੇ ਕਿਸੇ ਵੀ ਨੁਕਤੇ ਤੋਂ, ਜਿਵੇਂ ਆਮ ਕਹਿ ਲਓ ਕਿ ਅਸੀਂ ਪਾਪ ਦੀ ਕਮਾਈ ਨਹੀਂ ਖਾਣੀ, ਉਹ ਕਹਿੰਦੇ ਸਾਰੀ ਦੁਨੀਆ ਕਰਦੀ ਹੈ, ਸਾਨੂੰ ਉਸ ਭੀੜ 'ਚ ਸ਼ਾਮਲ ਹੋਣ ਲੱਗਿਆ ਕੀ ਹੁੰਦਾ? ਪਰਿਵਾਰ ਸਾਡਾ ਸੰਜਮ ਵੀ ਨਹੀਂ ਬਣ ਦਿੰਦਾ, ਉਹ ਵੀ ਤੋੜਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕਿ ਇਹ ਜਿਹੜਾ ਸਾਰਾ ਕੁਝ ਹੈ ਗੁਰੂ ਦੀ ਮਿਹਰ ਨਾਲ ਬਣਦਾ ਹੈ। ਅਤੇ ਹੁਣ ਬੰਦਾ ਚਾਹੇਗਾ ਜੇ ਗੁਰੂ ਦੀ ਮਿਹਰ ਨਾਲ ਬਣਦਾ ਫਿਰ ਆਪੇ ਮਿਹਰ ਹੋ ਜਾਏਗੀ, ਬੈਠੇ ਰਹਿੰਦੇ ਘਰੇ। ਉਹਦਾ ਸੈਂਟਰ ਗੁਰੂ ਸਾਹਿਬ ਜੀ ਨੇ ਇਹ ਕਿਹਾ ਪੂਰ ਕਰਮ। ਪੂਰ ਕਰਮ ਦਾ ਭਾਵ ਹੈ ਕਿ ਜਦੋਂ ਤੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਉਦੋਂ ਆਪਣੇ ਆਪ ਨਹੀਂ ਲੱਗ ਗਈ, ਤੂੰ ਲਾਈ ਹੈ ਖੁਦ। ਕਿ ਹਰੇਕ ਵਾਰੀ ਆਪਣੇ ਆਪ ਨੂੰ ਕੰਪੈਰੀਜ਼ਨ 'ਚ ਰੱਖਿਆ ਕਿ ਉਹ ਮੈਂ ਲੱਖਪਤੀ, ਉਹ ਕਰੋੜਪਤੀ ਹੈ। ਜਦੋਂ ਤ੍ਰਿਸ਼ਨਾ ਦੀ ਅੱਗ ਲਾਈ ਉਦੋਂ ਵੀ ਤੇਰਾ ਐਕਸ਼ਨ ਕੀਤਾ ਹੈ। ਅਤੇ ਜੇ ਸਬਰ ਦਾ ਕੁਝ ਕਮਾਉਣਾ ਹੈ ਤਾਂ ਤੇਰਾ ਕੁਝ ਕੁ ਤਾਂ ਜਿਹੜਾ ਜ਼ਿੰਦਗੀ 'ਚ ਯਤਨ ਹੋਣਾ ਚਾਹੀਦਾ ਹੈ, ਨਿਰਾ ਪਰਮੇਸ਼ਰ 'ਤੇ ਨਹੀਂ। ਕਿਉਂਕਿ ਜਾਂ ਤਾਂ ਫਿਰ ਉਹ ਇਹ ਕਹਿ ਵੀ ਤ੍ਰਿਸ਼ਨਾ ਆਪਣੇ ਆਪ ਹੀ ਪੈਦਾ ਹੋ ਗਈ, ਮੈਂ ਕੋਈ ਯਤਨ ਨਹੀਂ ਕੀਤਾ। ਜੀਵਨ ਦੇ ਵਿੱਚ ਬਾਹਰ ਮੁਕਤਾ ਆਪਣੇ ਆਪ ਪੈਦਾ ਹੋ ਗਈ, ਮੈਂ ਕੋਈ ਯਤਨ ਨਹੀਂ ਕੀਤਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਪੂਰ ਕਰਮ। ਔਰ ਦੂਸਰੀ ਗੱਲ ਹੈ, ਆਹ ਪੋਸਟ ਮਾਡਰਨਿਟੀ ਦਾ ਯੁੱਗ ਚੱਲ ਰਿਹਾ। ਪੋਸਟ ਮਾਡਰਨਿਟੀ ਦਾ ਮਤਲਬ ਮਾਡਰਨਿਟੀ ਲੰਘ ਗਈ ਹੈ, ਹੁਣ ਅਗਲਾ ਪ੍ਰੀ ਪੋਸਟ ਮਾਡਰਨਿਟੀ ਵੀ ਆ ਗਈ ਹੌਲੀ ਹੌਲੀ। ਇਸ ਯੁੱਗ ਦੀਆਂ ਦੁਨੀਆ ਦੇ ਵੱਡੇ ਵਿਦਵਾਨਾਂ ਨੇ ਨਿਸ਼ਾਨਦੇਹੀਆਂ ਕੀਤੀਆਂ ਨੇ। ਉਹਦੇ ਵਿੱਚ ਉਹਨਾਂ ਨੇ ਇੱਕ ਨਿਸ਼ਾਨਦੇਹੀ ਇਹ ਕੀਤੀ ਹੈ ਕਿ ਇਸ ਯੁੱਗ ਦਾ ਬੰਦਾ ਆਪਣੇ ਆਪ ਤੋਂ ਇੰਨਾ ਜ਼ਿਆਦਾ ਬੇਖਬਰ ਅਤੇ ਇੰਨਾ ਜ਼ਿਆਦਾ ਉਪਰਾਮ ਅਤੇ ਇੰਨਾ ਮੀਨਿੰਗਲੈਸ ਹੋ ਗਿਆ ਹੈ ਕਿ ਉਹਨੂੰ ਧਰਮ ਦੀਆਂ ਸ਼ੁਭ ਚੀਜ਼ਾਂ ਦੀ ਲੋੜ ਤਾਂ ਕੀ, ਉਹ ਪਛਾਣ ਕਰਨੀ ਵੀ ਜ਼ਰੂਰੀ ਨਹੀਂ ਸਮਝਦਾ। ਸਬਰ ਨੂੰ ਧਾਰਨ ਕਰਨਾ, ਸਿਮਰਨ ਨੂੰ ਧਾਰਨ ਕਰਨਾ, ਇਹ ਜੀਵਨ ਦੀਆਂ ਵੱਡੀਆਂ ਸਾਧਨਾਵਾਂ ਨੇ। ਕਦੇ ਕਿਸੇ ਸ਼ਬਦ ਦੀ ਵਿਚਾਰ ਕਰਕੇ ਜਾਂ ਕਿਸੇ ਧਰਮ ਪੁਸਤਕ ਨੂੰ ਵਾਚ ਕੇ ਉਹਦਾ ਗਿਆਨ ਕੀ ਹੈ ਇਹਦੀ ਵੀ ਲੋੜ ਨਹੀਂ ਸਮਝਦਾ। ਉਹਨਾਂ ਨੇ ਇਸ ਯੁੱਗ ਦੀਆਂ ਕੀਤੀਆਂ ਨੇ। ਇਸ ਕਰਕੇ ਇਹ ਸਾਨੂੰ ਅੱਜ ਲੱਗਦਾ, ਔਰ ਵੱਡੀ ਗੱਲ ਹੈ, ਕ੍ਰਾਈਸਿਸ ਵਾਪਰੇਗਾ। ਵੈਸਟ ਦੇ ਵਿੱਚ ਅੱਜ ਤੋਂ 100-150 ਸਾਲ ਪਹਿਲਾਂ ਵਾਪਰ ਗਿਆ। ਹਜ਼ਾਰਾਂ ਦੀ ਗਿਣਤੀ ਚਰਚਾਂ ਬੰਦ ਹੋਈਆਂ ਨੇ ਉੱਧਰ। ਉਹਨਾਂ ਚਰਚਾਂ ਦੇ ਵਿੱਚ ਬਾਅਦ ਪੱਬ ਖੁੱਲ੍ਹੇ, ਕੁਝ ਹੋਰ ਕਈ ਕੁਝ ਖੁੱਲ੍ਹਿਆ, ਕਈਆਂ ਦੇ ਵਿੱਚ ਕੁਝ ਬਣ ਗਿਆ। ਇਸ ਕਰਕੇ ਉਹਨਾਂ ਨੇ ਇਸ ਯੁੱਗ ਦੀ ਕੀਤੀ ਹੈ ਕਿ ਇਸ ਯੁੱਗ ਦਾ ਸਭ ਤੋਂ ਵੱਡਾ ਨੁਕਸ ਹੈ ਕਿ ਬੰਦੇ ਦੇ ਅਰਥ ਇੰਨੇ ਗਵਾਚ ਗਏ ਨੇ। ਉਹਨੂੰ ਲੱਗਦਾ ਹੈ ਕਿ ਸਿਨੇਮੇ ਦੇ ਵਿੱਚ ਬੈਠ ਕੇ 3 ਘੰਟੇ ਮਨ ਦੀ ਭਟਕਣ ਦੀ ਤੁਲਨਾ ਦੇ ਵਿੱਚ
ਜੇ 1 ਘੰਟਾ ਮੈਨੂੰ ਕਿਤੇ ਠਹਿਰਾਓ ਵਾਲੀ ਗੱਲ ਸੁਣਾਈ ਜਾਵੇਗੀ, ਮੇਰੇ ਲਈ ਉਹ ਬੇਅਰਥ ਹੈ। ਇਸ ਯੁੱਗ ਦੇ ਨੁਕਸ ਨੇ। ਇਸ ਯੁੱਗ ਦੇ ਵਿੱਚ ਬੰਦਾ ਇੰਨਾ ਜ਼ਿਆਦਾ ਮੀਨਿੰਗਲੈਸ ਹੈ। ਇਸ ਕਰਕੇ ਉਹਨਾਂ ਨੇ, ਵੈਸਟ ਵਾਲਿਆਂ ਨੇ ਇਹਨੂੰ ਐਨੀਹਿਲੇਸ਼ਨ ਰੋਗ ਕਿਹਾ ਹੋਇਆ ਕਿ ਇਹ ਇੱਕ ਰੋਗ ਹੈ। ਇਹਨੂੰ ਗੁਰਬਾਣੀ 'ਚ ਕਿਲਵਿਖ ਕਿਹਾ ਹੋਇਆ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੋ ਪਾਈਐ ਪੂਰ ਕਰਮ, ਕਿਉਂਕਿ ਸਾਡੇ ਅੰਦਰ ਚਾਹਤ ਨਹੀਂ ਉਪਜਦੀ। ਪਿਛਲੇ ਕਦੇ ਜਿਨ੍ਹਾਂ ਨੇ ਥੋੜ੍ਹਾ ਅੱਜ ਤੋਂ 30-40 ਸਾਲ ਪਹਿਲਾਂ ਦਾ ਜੀਵਨ ਦੇਖਿਆ ਹੋਏਗਾ ਨਾ, ਤਾਂ ਲੋਕ ਅਰਦਾਸ ਕਰਦੇ ਸੀ ਅਤੇ ਕੰਪਲੀਟ ਅਰਦਾਸ ਕਰਦੇ ਸੀ। ਕੰਪਲੀਟ ਅਰਦਾਸ ਕਿਵੇਂ ਕਰਦੇ ਸੀ? ਸਾਦੇ ਸਨ, ਗੱਲ ਸਿੱਧੀ ਸੀ ਉਹਨਾਂ ਦੀ। ਉਹ ਕਹਿੰਦੇ ਸੀ, ਮਾਲਕ ਸਾਰੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰੀ, ਪਰ ਨਾਲ ਸ਼ੁਕਰਾਨਾ ਵੀ ਦੇਵੀਂ। ਮਤਲਬ ਜੋ ਕੁਝ ਚਾਹੀਦਾ ਸਾਨੂੰ ਉਹ ਵੀ ਦਈ, ਜ਼ਰੂਰ ਦਈ, ਪਰ ਨਾਲ ਸ਼ੁਕਰਾਨੇ ਦੀ ਭਾਵਨਾ ਵੀ ਦਈ। ਅੱਜ ਇਹ ਜ਼ਿਕਰ ਹੈ ਕਿ ਮੈਨੂੰ ਦਈ ਜ਼ਰੂਰ, ਬਾਅਦ ਸ਼ੁਕਰਾਨਾ ਕਰਨ ਦੇ ਲਈ ਜੇ ਕਿਤੇ ਗੁਰੂਦੁਆਰ ਮੱਥਾ ਟੇਕਣਾ ਹੋਵੇ ਉਹਦੀ ਆਸ ਮੇਰੇ ਤੋਂ ਨਾ ਕਰਿਓ। ਉਂਝ ਦਾਤਾ ਮੈਨੂੰ ਸਾਰੀਆਂ ਦੇ ਦੇ ਮਾਲਕ। ਕਿੰਨੀ ਅਧੂਰੀ ਅਰਦਾਸ ਹੈ। ਉਹ ਨਾਲ ਹੀ ਮੰਨਦੇ ਸਨ। ਕਈ ਸੁਣਿਆ ਸੀ ਬਜ਼ੁਰਗਾਂ ਦੇ ਮੂੰਹ ਕਿ ਸਾਨੂੰ, ਜਿਵੇਂ ਉਹ ਕਿਸਾਨੀ ਦੇ ਮਸਲੇ 'ਚ, ਕਿ ਸਾਡਾ ਘਰ ਰਿਜ਼ਕ ਦੇ ਨਾਲ ਭਰਪੂਰ ਹੋਵੇ, ਪਰ ਦਾਨ ਕਰਨ ਦਾ ਵੀ ਮਾੜਾ ਜਿਹਾ ਥੋੜ੍ਹਾ ਜਿਹਾ ਤੱਤ ਦੇ ਛੱਡੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਪੂਰ ਕਰਮ, ਫਕੀਰੀ ਜੀਵਨ ਦੀਆਂ ਵੱਡੀਆਂ ਉਚਾਈਆਂ ਮਾਲਕ ਦੀ ਮਿਹਰ ਨਾਲ ਮਿਲਦੀਆਂ ਹਨ। ਅਤੇ ਮਿਹਰ ਸਾਡੇ 'ਤੇ ਕੁਦਰਤੀ ਹੈ, ਪਰ ਉਹਦੀ ਪਛਾਣ ਕਰਨੀ, ਭਾਵ ਕਿ ਆਪਣੇ ਹਿਰਦਿਆਂ ਨੂੰ ਸਿਮਰਨ ਦੇ ਆਧਾਰ ਨਾਲ ਵੱਡਾ ਕਰਨਾ, ਸਬਰ ਦੇ ਨਾਲ ਆਪਣੇ ਜੀਵਨ ਦੀ ਉਚਾਈ ਬਣਾਉਣੀ, ਸ਼ੁਕਰਾਨੇ ਦੇ ਨਾਲ ਆਪਣੇ ਜੀਵਨ ਨੂੰ ਇੱਕ ਮਾਲਕ ਦੀ ਮਿਹਰ ਦੇ ਹੇਠਾਂ ਰੱਖਣਾ। ਗੁਰੂ ਸਾਹਿਬ ਜੀ ਕਹਿੰਦੇ ਮਿਹਰ ਦੇ ਨਾਲ ਮਿਲਦੀਆਂ ਹਨ। ਅਤੇ ਇਸ ਮਿਹਰ ਦਾ ਦੁਆਰ ਗੁਰੂ ਕਾ ਦੁਆਰ ਹੈ। ਜਦੋਂ ਉੱਥੇ ਜਾ ਕੇ ਜਿਵੇਂ ਦੀ ਜਾਚਨਾ ਕਰਾਂਗਾ। ਹੁਣ ਕਈ ਦਫਾ ਦੇਖੀਦਾ, ਜੇ ਬੰਦਿਆਂ ਦੀ ਸਮਾਜਿਕ ਤੌਰ ਤੋਂ ਵਾਚੀਏ ਨਾ, ਪੈਸੇ ਦੀ ਭਰਪੂਰਤਾ ਹੈ, ਸਮਾਜਿਕ ਤੌਰ 'ਤੇ ਇੱਜ਼ਤ ਇੰਨੀ ਹੈ, ਸਾਰਾ ਨਗਰ ਸਲਾਮ ਕਰਦਾ ਹੈ। ਸਰੀਰਕ ਤੰਦਰੁਸਤੀ ਦੀ ਗੱਲ ਕਰੀਏ, 10 ਸਾਲ ਹੋ ਗਏ ਨੇ ਡਾਕਟਰ ਕੋਲ ਗਿਆ ਨੂੰ, ਸਾਰਾ ਕੁਝ ਕੰਪਲੀਟ ਹੈ, ਤਾਂ ਵੀ ਪਦਾਰਥ ਦੀ ਮੰਗ ਚੱਲ ਰਹੀ ਹੈ। ਇਹਦਾ ਮਤਲਬ ਹੈ ਕਿ ਹੁਣ ਬੰਦਾ ਤਾਂ ਸਿਆਣਾ ਉਹਦੇ ਘਰੇ ਜਾਏਗਾ। ਹੁਣ ਜਿਵੇਂ ਬੱਚਾ ਖਿਡੌਣਾ ਜਿਹੜਾ ਬਚਪਨ 'ਚ ਹੀ ਮੰਗਦਾ ਹੈ, ਕਦੇ ਕਿਸੇ ਨੌਜਵਾਨ ਨੇ ਤਾਂ ਮਾਤਾ ਪਿਤਾ ਨੂੰ ਕਿਹਾ ਨਹੀਂ ਕਿ ਮੈਨੂੰ ਕੋਈ ਖਿਡੌਣਾ ਲਿਆ ਦਿਓ। ਆਪਣੇ ਜੀਵਨ ਦਾ ਵਿਕਾਸ ਆ ਕੇ ਕਿੱਥੋਂ ਤੱਕ ਆ ਗਿਆ ਹੈ, ਪਰ ਆਪਣੇ ਜੀਵਨ ਦੀਆਂ ਮੰਗਾਂ ਅਜੇ ਉਹੀ ਜੋੜੀਆਂ ਰੱਖੀਆਂ ਹਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕਿ ਜਦੋਂ ਜੀਵਨ ਵਿਕਸਿਤ ਹੋਵੇ, ਉਹਦੀਆਂ ਮੰਗਾਂ ਵੀ ਤਬਦੀਲ ਹੋਣੀਆਂ ਚਾਹੀਦੀਆਂ ਹਨ। ਜਿਵੇਂ ਗਰਮੀਆਂ 'ਚ ਸਰਦੀਆਂ ਵਾਲੇ ਕੱਪੜੇ ਨਹੀਂ ਪਾਉਂਦੇ, ਜੇ ਜੀਵਨ ਦੀਆਂ ਅਵਸਥਾਵਾਂ ਦਾ ਵਿਕਾਸ ਹੋ ਗਿਆ ਹੈ ਅਤੇ ਉਹਨੂੰ ਆਪਣੀ ਬੰਦਗੀ ਦੇ ਨੁਕਤੇ ਨਾਲ ਜੋੜ ਕੇ ਕੁਝ ਵੱਡੀ ਮੰਗ ਕਰਨੀ ਚਾਹੀਦੀ ਹੈ। ਅਤੇ ਉਹ ਮੰਗ ਜਿਹੜੀ ਸਾਡੇ ਦੋਵਾਂ ਜਹਾਨਾਂ ਦਾ ਸੁਖਾਦਕ ਆਧਾਰ ਬਣੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰਨ। ਜਦੋਂ ਚਿੱਤ ਦੁਨੀਆ ਵੱਲ ਪ੍ਰਵਿਰਤ ਹੁੰਦਾ ਅਤੇ ਸਮਾਂ ਨਹੀਂ ਲੱਗਦਾ। ਇਸ ਕਰਕੇ ਜਿਵੇਂ ਕਈ ਆਪ ਜੀ ਨੇ ਜ਼ਿਕਰ ਸੁਣਿਆ ਹੋਣਾ, ਅਕਸਰ ਲੋਕ ਕਹਿੰਦੇ ਨੇ ਮੈਂ 1 ਘੰਟਾ ਹਾਜ਼ਰੀ ਭਰੀ, ਪਰ ਅਸਲ ਦੇ ਵਿੱਚ ਮੇਰੇ 5-7 ਮਿੰਟ ਹੀ ਲੱਗੇ ਉੱਥੇ। ਇਹਦਾ ਮਤਲਬ ਕਿ 5-7 ਮਿੰਟ ਹੀ ਅਜੇ ਲੱਗ ਸਕਦੇ ਨੇ, ਪਰ ਦੂਜੇ ਪਾਸੇ ਦੁਨੀਆਦਾਰੀ 'ਚ ਬੈਠਾ ਹੈ ਅਤੇ ਸਵੇਰੇ ਬੈਠਾ, ਪਤਾ ਨਹੀਂ ਕਹਿੰਦਾ, ਬਾਅਦ 'ਚ ਕਹਿੰਦਾ ਹੈ ਦੁਪਹਿਰ ਹੋ ਵੀ ਗਈ, ਕਿਉਂਕਿ ਚਿੱਤ ਲੱਗਾ ਹੋਇਆ ਉੱਧਰ ਸਮੇਂ ਦੀ ਇਕਾਈ ਲੰਮੀ ਨਹੀਂ ਲੱਗੇਗੀ। ਜਿੱਧਰ ਚਿੱਤ ਨਹੀਂ ਜੁੜਿਆ ਹੋਇਆ ਉੱਧਰ 1 ਮਿੰਟ ਵੀ 1 ਘੰਟੇ ਵਾਂਗ ਲੱਗੇਗਾ। ਸਤਿਗੁਰੂ ਕਿਰਪਾ ਕਰਨ, ਸਾਡੇ ਹਿਰਦੇ ਦੇ ਆਧਾਰ ਸਿਮਰਨਮਈ ਭਾਵ ਵਾਲੇ ਹੋਣ। ਦਰਵੇਸ਼ੀ ਜੀਵਨ ਦੀ ਉਚਾਈ, ਸਬਰ, ਸ਼ੁਕਰਾਨਾ, ਸੰਜਮ, ਤਿਆਗ, ਜੋਹਦ, ਰਿਆਜ਼ਤ ਸਭ ਸਾਡੇ ਜੀਵਨ ਦੀ ਸਾਧਨਾ ਦਾ ਕਰਮ ਬਣਨ। ਸਾਡਾ ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਧਰਮ ਦੇ ਮਾਰਗ 'ਤੇ ਚੱਲਣ ਦੀ, ਰੱਬੀ ਮਾਰਗ ਨੂੰ ਅਪਣਾਉਣ ਦੀ ਚਾਹਤ ਸਾਰਿਆਂ ਦੇ ਹਿਰਦੇ ਅੰਦਰ ਪੈਦਾ ਹੋਵੇ ਜੀ। ਸਾਰੇ ਗੁਰੂ ਕਿਰਪਾ ਦੇ ਪਾਤਰ ਬਣ ਜੀ। ਆਪ ਜੀ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ